ਜਸੂਸ ਕਿੱਦਾਂ ਬਣੇ ਤੁਹਾਡੇ ਪਿਤਾ ਜੀ? ਪਾਕਿਸਤਾਨ ਕਿੱਦਾਂ ਜਾਂਦੇ ਨੇ? ਕਿਵੇਂ ਤਿਆਰ ਕੀਤਾ ਜਾਂਦਾ ਹੈ? एक महीना जलंधर ट्रेनिंग तो बाद पाकिस्तान हर महीने जाना एक हफ्ते वास्ते। ये सिलसिला चलता है 16 महीने लगातार। ਪਹਿਲੀ ਟ੍ਰੇਨਿੰਗ ਕੀ ਹੁੰਦੀ ਹੈ? ਮੁਸਲਮਾਨ ਬਣ ਜਾਂਦੇ ਨੇ, ਕਿੱਦਾਂ ਬਣਦੇ ਨੇ ਮੁਸਲਮਾਨ? ਕਿੰਨੇ ਲੋਕ ਬੈਚ ਵਿੱਚ ਹੁੰਦੇ ਨੇ? ਕਿੰਨੇ ਲੋਕ ਜਾਂਦੇ ਨੇ? ਕਿ 42 ਦੇ 42 ਲੋਕ ਹਰ ਮਹੀਨੇ ਜਾਂਦੇ ਸਨ? ਉਹ ਕਿਹੜੀ ਖੂਫੀਆ ਜਾਣਕਾਰੀ ਉਹ ਇਕੱਠੀ ਕਰਨਾ ਚਾਹੁੰਦੇ ਸਨ ਪਾਕਿਸਤਾਨ ਦੀ? ਜਦੋਂ ਵੀ ਟ੍ਰੇਨਿੰਗ ਹੁੰਦੀ ਹੈ ਤਾਂ ਕੋਈ ਦੱਸਿਆ ਨਹੀਂ ਹੁੰਦਾ ਕਿ ਕਿੰਨੇ ਕਿੱਥੇ ਜਾਣਾ। ਇਹ ਐਵੇਂ ਦੇ ਰਾਜ਼ ਨਹੀਂ ਕਿ ਮੇਰੇ ਪਿਤਾ ਜੀ ਦੀ ਸ਼ਾਦੀ ਨੂੰ ਸਿਰਫ 6 ਮਹੀਨੇ ਹੋਏ ਸੀ ਤੇ ਮੇਰੀ ਮਾਂ ਨੂੰ ਨਹੀਂ ਪਤਾ ਲੱਗਾ ਕੀ ਦੱਸੋ ਸੀ। ਤੁਹਾਡੀ ਮਦਰ ਨੂੰ ਪਤਾ ਲੱਗ ਗਿਆ ਸੀ ਮੁਸਲਮਾਨ ਬਣ ਗਏ ਨੇ? ਮੁਸਲਮਾਨ ਬਾਰੇ ਉਹਨਾਂ ਨੇ ਕਦੀ ਜ਼ਿਕਰ ਨਹੀਂ ਕੀਤਾ। ਤੁਹਾਡੀ ਮਾਤਾ ਜੀ ਨੂੰ ਵੀ ਇਹ ਪਾਕਿਸਤਾਨ ਜਾਂਦੇ ਨੇ, ਉਹ ਜੇ ਇੱਥੋਂ ਜਾਂਦੇ ਸੀ ਫਿਰ ਕੀ ਕਹਿ ਕੇ ਜਾਂਦੇ ਸਨ? ਕਿੱਥੇ ਜਾਂਦੇ ਸਨ? ਉਹ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਜੌਬ ਕਰਦੇ ਸੀ। ਸਰਕਾਰੀ ਤੰਤਰ ਦਾ ਇਸਤੇਮਾਲ ਕਰਦੇ ਸੀ। ਏਜੰਸੀਜ਼ ਉਹਨਾਂ ਦੀ ਡਿਊਟੀ ਲਗਾਉਂਦੇ ਸੀ। ਪ੍ਰਿੰਸੀਪਲ ਦੇ ਵੱਲੋਂ ਵੀ ਕਿਹਾ ਜਾਂਦਾ ਸੀ ਕਿ ਉਹ ਸਾਇੰਸ ਫੇਅਰ ਦੇ ਇੰਤਜ਼ਾਮ ਕਰਨ ਲਈ ਜਾ ਰਹੇ ਨੇ, ਸਰਕਾਰੀ ਕੰਮ ਹੈ, ਇਹਨਾਂ ਨੂੰ ਜਾਣਾ ਪਏਗਾ। ਦੁਸ਼ਮਣ ਦੇਸ਼ ਦੇ ਵਿੱਚ ਫੜੇ ਜਾਣਾ, ਉਸ ਤੋਂ ਬਾਅਦ ਪਾਕਿਸਤਾਨ ਦਾ ਤੀਸਰਾ ਤੁਸੀਂ ਜਾਸੂਸ ਤਾਂ ਸਿਰਫ ਤੁਹਾਡੀ ਸਾਹ ਚੱਲਣ ਦੀ ਇਜਾਜ਼ਤ ਹੁੰਦੀ ਹੈ, ਬਾਕੀ ਤੁਹਾਡੇ ਸਰੀਰ ਦਾ ਕੋਈ ਵੀ ਅੰਗ ਕੰਮ ਕਰਨਾ ਬੰਦ ਕਰ ਦਿੰਦਾ। ਅੱਖਾਂ ਦੇ ਵਿੱਚ ਕੈਮੀਕਲ ਪਾਉਣਾ, ਨਾਖੂਨ ਖਿੱਚਣਾ, ਦਾੜੀ ਦੇ ਵਾਲ ਪੱਟਦੇ, ਦੋ ਦਿਨ ਪੁੱਠਾ ਟੰਗਦੇ, ਜਿੱਦਾਂ ਦੇ ਵੀ ਕੋਈ ਇਨਸਾਨ ਦੇ ਉੱਤੇ ਤਸ਼ੱਦਦ ਹੋ ਸਕਦੇ ਨੇ ਉਹ ਸਾਰੇ ਉਹਨਾਂ ਨੇ ਆਪਣੇ ਪਿੰਡੇ ਤੇ ਚੱਲੇ। 28 ਲੋਕ ਪਿਤਾ ਜੀ ਦੇ ਨਾਲ ਪਾਕਿਸਤਾਨ ਤੋਂ ਵਾਪਸ ਆਏ ਸੀ। ਸਿਰਫ 2 ਲੋਕ ਨੇ, ਪਿਤਾ ਜੀ ਔਰ ਇੱਕ ਮੋਹਨ ਲਾਲ ਜੀ, ਇੱਕ ਮਦਨ ਲਾਲ ਜੀ, ਜਿਨ੍ਹਾਂ ਦੇ ਪਰਿਵਾਰ ਰੋਟੀ ਖਾ ਰਹੇ। ਬਾਕੀ ਤਾਂ ਰੁਲ ਗਏ, ਕੋਈ ਬਚਾ ਨਹੀਂ ਹੁੰਦਾ। ਜਦੋਂ ਵੀ ਕੋਈ ਜਸੂਸ ਕਿਸੇ ਵੀ ਦੇਸ਼ ਦਾ ਕਿਉਂ ਨਾ ਹੋਵੇ, ਉਹਦੇ ਪਰਿਵਾਰ ਦੀ ਬਾਤ ਕੋਈ ਸਰਕਾਰ ਨਹੀਂ ਪੁੱਛਦੀ। ਜਿਹੜੇ ਅਫਸਰ ਕਿਤੇ ਇਹਨਾਂ ਨੂੰ ਪਹਿਲਾਂ ਲੈ ਕੇ ਆਉਂਦੇ ਨੇ ਇਸ ਲਾਈਨ ਦੇ ਵਿੱਚ ਕਿ ਆਪਣੇ ਦੇਸ਼ ਦੀ ਸੇਵਾ ਕਰੋ, ਉਹ ਬਾਅਦ ਚੋਂ ਇਹ ਅੱਖਾਂ ਮੋੜ ਲੈਂਦੇ ਨੇ ਜਿਵੇਂ ਕਿਸੇ ਨੂੰ ਜਾਣਦੇ ਨਹੀਂ। ਬੜੀਆਂ ਕਹਾਣੀਆਂ, ਕਿੱਸੇ ਤੁਸੀਂ ਸੁਣੇ ਹੋਣਗੇ ਜਸੂਸੀ ਨੂੰ ਲੈ ਕੇ। ਕਿਸ ਤਰੀਕੇ ਨਾਲ ਆਪਣੇ ਦੇਸ਼ ਵਿੱਚੋਂ ਨਾਗਰਿਕ ਦੂਸਰੇ ਦੇਸ਼ ਵਿੱਚ ਜਾ ਕੇ ਜਸੂਸੀ ਕਰਦੇ ਨੇ। ਤੁਸੀਂ ਇੱਕ ਨਾਮ ਸੁਣਿਆ ਹੋਣਾ ਰਵਿੰਦਰ ਦਾ। ਰਵਿੰਦਰ ਉਹ ਸ਼ਖਸ ਜੋ ਕਿ ਜਸੂਸੀ ਕਰਦੇ ਸਨ, ਕਾਫੀ ਹਾਈਲਾਈਟ ਹੋਇਆ ਸੀ। ਪਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਇਹੋ ਜਿਹੇ ਭਾਰਤ ਦੇ ਨਾਗਰਿਕ ਨੇ ਜੋ ਆਪਣੇ ਦੇਸ਼ ਦੇ ਖਾਤਰ ਜਾ ਕੇ ਪਾਕਿਸਤਾਨ ਦੇ ਵਿੱਚ ਜਸੂਸੀ ਕਰਦੇ ਆਏ ਨੇ। ਇਹ ਕਿਤਾਬ ਹੈ ਮੇਰੇ ਹੱਥ ਵਿੱਚ, ਮੈਂ ਸਾਂ ਪਾਕਿਸਤਾਨ ਵਿੱਚ ਭਾਰਤ ਦਾ ਜਸੂਸ, ਮੋਹਨ ਲਾਲ ਭਾਸਕਰ। ਅੱਜ ਇੱਕ ਇਹੋ ਜਿਹੇ ਜਸੂਸ ਦੀ ਤੁਹਾਨੂੰ ਕਹਾਣੀ ਦੱਸਾਂਗੇ। ਕਿਹਾ ਇਹ ਜਾਂਦਾ ਕਿ ਜੋ ਪਾਕਿਸਤਾਨ ਦੇ ਵਿੱਚ ਇੱਕ ਵਾਰ ਚਲਾ ਜਾਂਦਾ ਜਸੂਸੀ ਕਰਨ, ਉਸ ਦਾ ਵਾਪਸ ਆਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਪਰ ਇਹ ਸ਼ਖਸ 14 ਸਾਲ ਦੀ ਜੇਲ੍ਹ ਕੱਟ ਕੇ ਵਾਪਸ ਆ ਜਾਂਦੇ ਨੇ। ਚਰਚਾ ਕਰਾਂਗੇ ਆਪਾਂ, ਚਰਚਾ ਇਸ ਉੱਪਰ ਵੀ ਕਰਾਂਗੇ ਕਿ ਜਸੂਸ ਤਿਆਰ ਕਿਵੇਂ ਹੁੰਦਾ ਹੈ। ਜੇ ਕਿਸੇ ਨੂੰ ਜਸੂਸੀ ਕਰਨੀ ਹੁੰਦੀ ਹੈ ਤਾਂ ਕਿਸ ਤਰੀਕੇ ਨਾਲ ਏਜੰਸੀਆਂ ਜਾਂ ਭਾਰਤ ਸਰਕਾਰ ਉਸ ਨੂੰ ਤਿਆਰ ਕਰਦੀਆਂ ਨੇ। ਦੂਸਰੇ ਪਾਸੇ ਬੜੇ ਹੋਰ ਵੀ ਕਿੱਸੇ ਤੁਸੀਂ ਸੁਣੇ ਹੋਣਗੇ। ਸਭ ਤੋਂ ਅਹਿਮ ਜੋ ਪਿਛਲੇ ਸਾਲਾਂ ਦੇ ਵਿੱਚ ਚਰਚਾ 'ਚ ਰਿਹਾ ਸੀ, ਸਰਬਜੀਤ ਸਿੰਘ ਦਾ ਕੇਸ। ਜਦੋਂ ਰਿਹਾਈ ਹੋਣ ਦੇ ਨੇੜੇ ਆਉਂਦੀ ਹੈ ਪਰ ਉਸਦਾ ਕਤਲ ਹੋ ਜਾਂਦਾ ਹੈ ਪਾਕਿਸਤਾਨ ਦੀ ਜੇਲ੍ਹ ਦੇ ਵਿੱਚ। ਜਸੂਸ ਦੀਆਂ ਕਹਾਣੀਆਂ ਹੋਰ ਵੀ ਬੜੀਆਂ ਨੇ, ਪਰ ਅੱਜ ਖਾਸ ਮੋਹਨ ਲਾਲ ਭਾਸਕਰ ਉੱਪਰ ਚਰਚਾ ਕਰਾਂਗੇ। ਉਹਨਾਂ ਦੇ ਬੇਟੇ ਸਾਡੇ ਨਾਲ ਮੌਜੂਦ ਨੇ, ਗੌਰਵ ਸਾਗਰ ਭਾਸਕਰ, ਉਹਨਾਂ ਦੇ ਬੇਟੇ ਸਾਡੇ ਨਾਲ ਮੌਜੂਦ ਨੇ। ਚਰਚਾ ਉਹਨਾਂ ਨਾਲ ਕਰਾਂਗੇ ਔਰ ਕਿਸ ਤਰੀਕੇ ਦੇ ਨਾਲ ਮੰਨ ਗਏ ਸਨ ਮੋਹਨ ਲਾਲ, ਕਿਸ ਤਰੀਕੇ ਨਾਲ ਮੰਨ ਗਏ ਸਨ ਕਿ ਉਹ ਜਸੂਸੀ ਕਰਨਗੇ। ਦੇਸ਼ ਭਗਤ ਸਨ ਤਾਂ ਖੁਦ ਸਾਡੇ ਨਾਲ ਮੌਜੂਦ ਨੇ। ਗੌਰਵ ਜੀ, ਗੱਲਬਾਤ ਕਰਾਂਗੇ। ਸਰ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਬਹੁਤ ਧੰਨਵਾਦ ਜੀ। ਸਰ ਬਹੁਤ ਕਿੱਸੇ ਨੇ ਜੀ, ਜਸੂਸ ਨੂੰ ਲੈ ਕੇ, ਬਹੁਤ ਕਿੱਸੇ ਨੇ, ਪੂਰੀ ਦੁਨੀਆ ਦੇ ਵਿੱਚ ਕਿੱਸੇ ਨੇ। ਭਾਰਤ ਦੀ ਗੱਲ ਕਰ ਲਈਏ, ਰਵਿੰਦਰ ਦਾ ਨਾਮ ਲਿਆ ਮੈਂ, ਉਹਨਾਂ ਦਾ ਵੀ ਕਿੱਸਾ ਇੱਕ ਆਉਂਦਾ ਹੈ। ਮੋਹਨ ਲਾਲ ਭਾਸਕਰ ਤੁਹਾਡੇ ਪਿਤਾ ਜੀ, ਲੱਗਦਾ ਹੈ ਇਹ ਜਸੂਸੀ ਵਾਲਾ ਇੱਕ ਕਿਤਾਬ ਦੇ ਰੂਪ ਵਿੱਚ ਜੋ ਪਰੋਇਆ, ਖੁਦ ਉਹਨਾਂ ਨੇ ਇੱਥੇ ਆ ਕੇ ਲਿਖਿਆ, ਕਿਤੇ ਨਾ ਕਿਤੇ ਪਿੱਛੇ ਰਹਿ ਗਿਆ ਕਿ ਲੋਕਾਂ ਤੱਕ ਵਾਕਈ ਜਾਣਕਾਰੀ ਪਹੁੰਚ ਪਾਈ ਮੋਹਨ ਲਾਲ ਭਾਸਕਰ ਦੀ। ਦੇਖੋ, ਲੋਕਾਂ ਲਈ ਇਹ ਬਹੁਤ ਕਿੱਸੇ ਨੇ, ਪਰ ਸਾਡਾ ਪਰਿਵਾਰ ਜਾਂ ਸਾਡੇ ਵਰਗੇ ਇਹਨਾਂ ਦੇ ਅਨੇਕਾਂ ਪਰਿਵਾਰ ਨੇ, ਔਰ ਦੁਨੀਆ ਦੀ ਗੱਲ ਕਰਾਂ ਤਾਂ ਲੱਖਾਂ ਪਰਿਵਾਰ ਨੇ ਜਿਨ੍ਹਾਂ ਦੀ ਜ਼ਿੰਦਗੀਆਂ ਇਹਨਾਂ ਨੇ ਬਦਲਾ ਦਿੱਤੀਆਂ। ਬਹੁਤ ਘੱਟ ਐਵੇਂ ਦੇ ਜਸੂਸਾਂ ਦੇ ਪਰਿਵਾਰ ਨੇ ਜਿਹੜੇ ਅੱਜ ਹੱਸਦੇ ਵਸਦੇ ਹਨ, ਕਿਉਂਕਿ ਜਦੋਂ ਵੀ ਕੋਈ ਜਸੂਸ ਕਿਸੇ ਵੀ ਦੇਸ਼ ਦਾ ਕਿਉਂ ਨਾ ਹੋਵੇ, ਉਹਦੇ ਪਰਿਵਾਰ ਦੀ ਬਾਤ ਕੋਈ ਸਰਕਾਰ ਨਹੀਂ ਪੁੱਛਦੀ। ਜਿਹੜੇ ਅਫਸਰ ਕਿਤੇ ਇਹਨਾਂ ਨੂੰ ਪਹਿਲਾਂ ਲੈ ਕੇ ਆਉਂਦੇ ਨੇ ਇਸ ਲਾਈਨ ਦੇ ਵਿੱਚ ਕਿ ਆਪਣੇ ਦੇਸ਼ ਦੀ ਸੇਵਾ ਕਰੋ,
ਉਹ ਬਾਅਦ ਚੋਂ ਇਹ ਅੱਖਾਂ ਮੋੜ ਲੈਂਦੇ ਨੇ ਜਿਵੇਂ ਕਿਸੇ ਨੂੰ ਜਾਣਦੇ ਨਹੀਂ। ਜਿਹੜੀ ਇਹ ਕਿਤਾਬ ਮੇਰੇ ਪਿਤਾ ਜੀ ਨੇ ਲਿਖੀ ਹੈ, ਇਹਨਾਂ ਨੇ ਲਿਖੀ ਹੈ ਆਪਣੀ ਜ਼ੁਬਾਨੀ, ਆਪਣੀ ਉਸ ਸਾਰੀ ਕਹਾਣੀ ਨੂੰ ਜਿਹੜੀ ਉਹਨਾਂ ਨੇ ਸਿਰਫ ਸੁਣੀ ਨਹੀਂ, ਆਪਣੇ ਪਿੰਡੇ ਤੇ ਹੰਡਾਈ ਹੈ। ਇਸ ਕਿਤਾਬ ਦੇ ਰਾਹੀਂ ਉਹ ਲੋਕਾਂ ਤੱਕ ਪਹੁੰਚੇ ਨੇ ਔਰ ਉਸ ਦੇ ਨਾਲ ਲੋਕਾਂ ਦਾ ਪਿਆਰ ਬਹੁਤ ਮਿਲਿਆ। ਸਰਕਾਰੋਂ ਦਰਬਾਰੇ ਕਦੀ ਕੁਝ ਨਹੀਂ ਮਿਲਿਆ, ਕਦੀ ਕੋਈ ਨਾਮ ਨਹੀਂ ਮਿਲਿਆ, ਲੇਕਿਨ ਲੋਕਾਂ ਦਾ ਪਿਆਰ ਉਦੋਂ ਵੀ ਮਿਲਿਆ ਔਰ ਸਾਨੂੰ ਅੱਜ ਵੀ ਮਿਲਦਾ ਪਿਆ। ਸੋ ਹੁਣ ਅਹਿਮ ਕਰੀਏ ਚਰਚਾ ਤੁਹਾਡੇ ਪਿਤਾ ਜੀ ਦੇ ਉੱਤੇ। 1942 ਦਾ ਬੋਲ ਹੈ, 3 ਨਵੰਬਰ 1942 ਦੇ ਵਿੱਚ ਜਨਮ ਲੈਂਦੇ ਨੇ ਅਬੋਧ ਦੇ ਵਿੱਚ। ਕਿਸ ਤਰੀਕੇ ਦੇ ਨਾਲ ਮੈਂ 66 ਤੋਂ ਪਹਿਲਾਂ ਦੀ ਗੱਲ ਕਰਨਾ ਚਾਹੁੰਦਾ, 42 ਤੋਂ 66 ਦੇ ਵਿੱਚ ਕੀ ਤੁਹਾਡੇ ਫਾਦਰ ਸਾਹਿਬ ਸੋਚਦੇ ਸਨ? ਕਿਉਂਕਿ ਇੱਕ ਖੁਆਇਸ਼ ਹੁੰਦੀ ਹੈ ਮਾਤਾ ਪਿਤਾ ਦੀ, ਤੁਹਾਡੇ ਜੋ ਦਾਦਾ ਦਾਦੀ ਨੇ ਉਹ ਵੀ ਸੋਚਦੇ ਹੋਣਗੇ ਕਿ ਮੇਰਾ ਪੁੱਤਰ ਵੱਡਾ ਹੋ ਕੇ ਕੰਮ ਕਰੇ। ਕੀ ਸੋਚ ਕੀ ਸੀ ਉਹਨਾਂ ਦੀ? ਬਹੁਤ ਪ੍ਰਤਿਭਾਸ਼ਾਲੀ ਸ਼ਖਸੀਅਤ ਸੀ ਮੇਰੇ ਸਵਰਗੀ ਪਿਤਾ ਜੀ ਸ਼੍ਰੀ ਮੋਹਨ ਲਾਲ ਜੀ ਭਾਸਕਰ। ਪੜ੍ਹਾਈ ਦੇ ਨਾਲ ਕਵਿਤਾਵਾਂ, ਸਟੇਜ ਪਲੇ ਦੇ ਉੱਤੇ ਉਹਨੇ ਚੰਗਾ ਨਾਮ ਕਮਾਇਆ। ਆਪਣੀ ਛੋਟੀ ਜਿਹੀ ਉਮਰ ਦੇ ਵਿੱਚ ਉਹ ਗਾਂਧੀ ਦੇ ਡਿਪਟੀ ਐਡੀਟਰ ਰਹੇ ਨੇ ਬਨਾਰਸ ਦੇ ਵਿੱਚ। ਕਲਮ ਦੇ ਉੱਤੇ ਬਹੁਤ ਪਕੜ ਸੀ ਉਹਨਾਂ ਦੀ। ਦੂਰਦਰਸ਼ਨ ਆਕਾਸ਼ਵਾਣੀ ਉੱਤੇ ਜਲੰਧਰ ਜਾਣਾ, ਉੱਥੇ ਆਪਣੀ ਕਵਿਤਾਵਾਂ ਪੜ੍ਹਨਾ। ਫਿਰੋਜ਼ਪੁਰ ਵਰਗੇ ਇੱਕ ਬਸਤੀ ਟੈਂਕਾਂ ਵਾਲੀ ਦੇ ਵਿੱਚ ਰਹਿੰਦਾ ਹੋਇਆ ਆਦਮੀ ਹਿੰਦੁਸਤਾਨ ਦੇ ਇੱਕ ਹਿੰਦੀ ਦੇ ਕਵੀ, ਸਰਵੋੱਚ ਕਵੀ ਜਿਹਨੂੰ ਅਸੀਂ ਕਹਿ ਸਕਦੇ ਹਾਂ, ਸ਼੍ਰੀ ਹਰਵੰਸ਼ ਰਾਏ ਬੱਚਨ ਦਾ ਸ਼ਾਗਿਰਦ ਬਣ ਜਾਣਾ। ਉਹਨਾਂ ਤੱਕ ਆਪਣੀ ਕਵਿਤਾਵਾਂ ਨੂੰ ਨਾ ਕੇਵਲ ਪਹੁੰਚਾਣਾ ਬਲਕਿ ਉਹਨਾਂ ਦੇ ਕੋਲੋਂ ਦਰੁਸਤੀ ਕਰਾ ਕੇ ਵਾਪਸ ਵੀ ਆਣਾ। ਇਹ ਦੱਸਦਾ ਹੈ ਕਿ ਗੁਰੂ ਮਹਾਰਾਜ ਦੀ ਬੜੀ ਕਿਰਪਾ ਸੀ ਉਹਨਾਂ ਦੇ ਦਿਮਾਗ ਦੇ ਉੱਤੇ, ਉਹਨਾਂ ਦੇ ਟੈਲੈਂਟ ਦੇ ਉੱਤੇ। ਹੁਣ ਸਰ ਗੱਲ ਕਰੀਏ ਵੀ ਕਿੱਦਾਂ ਆ ਗਏ, ਜਸੂਸ ਕਿੱਦਾਂ ਬਣੇ ਤੁਹਾਡੇ ਪਿਤਾ ਜੀ? ਪਾਕਿਸਤਾਨ ਕਿੱਦਾਂ ਜਾਂਦੇ ਨੇ, ਕਿਵੇਂ ਤਿਆਰ ਕੀਤਾ ਜਾਂਦਾ ਹੈ? ਜਿਹੜਾ ਇੱਕ ਲੇਖਕ ਜਾਂ ਕਵੀ ਹੁੰਦਾ ਨਾ ਜੀ, ਉਹ ਅੰਦਰੋਂ ਬਹੁਤ ਇਮੋਸ਼ਨਲ ਹੁੰਦਾ ਹੈ। ਉਹ ਕਿਸੇ ਇੱਕ ਲਾਈਨ ਵਾਸਤੇ ਜਾਂ ਕਿਸੇ ਇੱਕ ਜਿਹੜੀ ਆਪਣੀ ਸੋਚ ਹੈ ਉਹਦੇ ਵਾਸਤੇ ਕੁਝ ਵੀ ਕਰ ਗੁਜ਼ਰਦਾ ਹੈ। ਇੱਦਾਂ ਦਾ ਹੀ ਜਿਹੜਾ ਚੀਜ਼ ਵਾਪਰੀ ਹੈ ਉਹ ਮੇਰੇ ਪਿਤਾ ਜੀ ਨਾਲ ਵਾਪਰੀ। 23 ਮਾਰਚ 1966 ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਹਰ ਸਾਲ ਜਦੋਂ ਅੱਜ ਮੇਲਾ ਲੱਗਦਾ ਹੈ ਹੁਸੈਨੀ ਵਾਲਾ ਨੈਸ਼ਨਲ ਸਮਾਰਕ ਦੇ ਉੱਤੇ, ਉਸ ਮੇਲੇ ਦੇ ਦੌਰਾਨ पिता जी ने मंच तो एक कविता पढ़ी है, तेरे लहू से सींचा अनाज हमने खाया, ये जज्बा ए शहादत है हमें उसी से आया। कविता पढ़ी, तालियां बजी, पिता जी थले आ गए। तो एक आर्मी अफसर बहुत यंग, उन्हें पिता जी ने कहा, भास्कर साहब देश के लिए कवितावां पढ़नियां बड़ियां सौखियां ने, देश सेवा कोई नहीं करता। तो पिता जी ने जवाब दिता, पिता जी ने जवाब दिता कि देश के लिए कवितावां तो असीं पढ़ लईआं, जे तुहानूं लगदा है कि असीं कोई काम आ सकते हाँ तो सानूं जरूर आवाज़ लगाई जाए। जिहड़े काम तुसीं सितारे लगा के कर सकते हो असीं बिना सितारे भी कर लवांगे, और जे देश सेवा तो पिछे मुड़ांगे तो तुसीं सानूं गोली मार देना। ये गल सुनी, उन्होंने अपना पता, उन्होंने पता पुछया, इन्होंने पता दस्सिया। वो एक हफ्ते बाद आर्मी अफसर पिता जी के कोल घरे आ जाते हैं कि आओ जी देश सेवा का वक्त आ गया। थोड़े ਜਿਹੇ ਅੱਕੇ ਬੱਕੇ ਤਾਂ ਜ਼ਰੂਰ ਹੋਏ ਹੋਣਗੇ, ਲੇਕਿਨ ਹੁਣ ਇੱਕ ਜ਼ਬਾਨ ਦੇ ਬੈਠੇ ਨੇ ਉਸ ਉਮਰ ਦੇ ਦੌਰ ਦੇ ਉੱਤੇ ਜਦੋਂ ਜਜ਼ਬਾਤ ਤੁਹਾਡੇ ਸੋਚ ਦੇ ਉੱਤੇ ਭਾਰੀ ਹੁੰਦੇ ਨੇ ਤੇ ਨਿਕਲ ਪਏ ਦੇਸ਼ ਸੇਵਾ ਵਾਸਤੇ। ਪੰਡਿਤ ਮੋਹਨ ਲਾਲ ਭਾਸਕਰ ਤੋਂ ਮੁਹੰਮਦ ਅਸਲਮ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ। 1 ਮਹੀਨਾ ਜਲੰਧਰ ਟ੍ਰੇਨਿੰਗ ਤੋਂ ਬਾਅਦ ਪਾਕਿਸਤਾਨ ਹਰ ਮਹੀਨੇ ਜਾਣਾ 1 ਹਫ਼ਤੇ ਵਾਸਤੇ। ਇਹ ਸਿਲਸਿਲਾ ਚੱਲਦਾ ਹੈ 16 ਮਹੀਨੇ ਲਗਾਤਾਰ। 17ਵੀਂ ਵਾਰ ਜਦੋਂ ਜਾਂਦੇ ਨੇ ਮਨ ਖਟਕਦਾ ਹੈ। ਸਟੇਸ਼ਨ ਜਦੋਂ ਟ੍ਰੇਨ ਫੜਨ ਲੱਗਦੇ ਨੇ ਤਾਂ ਪਿੱਛੋਂ ਗਾਣਾ ਚੱਲਦਾ ਹੈ कि ये जाने वाले हो सके तो कभी लौट के आना। उन्होंने मन करता है कि मैं ट्रेन तो उतर जाऊँ, आज जान का मन नहीं है, पर शायद देश सेवा का जज्बा सीगा कि नहीं जाना जरूर है। 17ਵੀਂ ਵਾਰ ਜਦੋਂ ਚਲੇ ਜਾਂਦੇ ਨੇ ਪਾਕਿਸਤਾਨ ਤਾਂ ਇੱਥੋਂ ਦਾ ਹੀ ਜਿਹੜਾ ਗੱਦਾਰ ਅਮਰੀਕ ਸਿੰਘ, ਜਿਹਨੇ ਉਹਨਾਂ ਦੇ ਪੂਰੇ ਬੈਚ ਦੇ 42 ਲੋਕ ਫੜਾਏ ਸੀਗੇ, ਉਹ ਉਹਨਾਂ ਨੂੰ ਪਾਕਿਸਤਾਨੀ ਜਿਹੜੇ ਰੇਂਜਰਸ ਨੇ, ਜਿਹੜੇ ਉੱਥੇ ਆਰਮੀ ਹੈ, ਉਹਨਾਂ ਦੇ ਕੋਲ ਫੜਾ ਦਿੰਦੇ ਨੇ। ਸਰ ਮੇਰਾ ਇੱਕ ਸਵਾਲ ਹੈ, ਤੁਸੀਂ ਹੁਣ ਆਪਾਂ ਉੱਥੇ ਤੱਕ ਗੱਲ ਰੋਕਦੇ ਹਾਂ, ਥੋੜਾ ਪਿੱਛੇ ਆਉਂਦੇ ਹਾਂ। ਤੁਹਾਡੇ ਪਿਤਾ ਜੀ ਦੀ ਘਰ ਫੌਜੀ ਆਉਂਦੇ ਨੇ, ਉਸ ਤੋਂ ਬਾਅਦ ਉਹ ਕਨਵੈਂਸ ਹੋ ਜਾਂਦੇ ਨੇ। ਪਹਿਲੀ ਟ੍ਰੇਨਿੰਗ ਕੀ ਹੁੰਦੀ ਹੈ? ਮੁਸਲਮਾਨ ਬਣ ਜਾਂਦੇ ਨੇ, ਕਿੱਦਾਂ ਬਣਦੇ ਨੇ ਮੁਸਲਮਾਨ? ਕਿੰਨੇ ਲੋਕ ਬੈਚ ਵਿੱਚ ਹੁੰਦੇ ਨੇ, ਕਿੰਨੇ ਲੋਕ ਜਾਂਦੇ ਨੇ? ਕੀ 42 ਲੋਕ ਹਰ ਮਹੀਨੇ ਜਾਂਦੇ ਸਨ? ਉਹ ਕਿਹੜੀ ਖੂਫੀਆ ਜਾਣਕਾਰੀ ਉਹ ਇਕੱਠੀ ਕਰਨਾ ਚਾਹੁੰਦੇ ਸਨ ਪਾਕਿਸਤਾਨ ਦੀ? ਜਸੂਸੀ ਦੇ ਜੀਵਨ ਦੀ ਇੱਕ ਤਰਾਸਦੀ ਹੈ। ਤੁਹਾਡੇ ਸੱਚੇ ਖੱਬੇ ਖੂਨ ਹੈ, ਨਾ ਤੁਹਾਨੂੰ ਕੋਈ ਦੱਸਦਾ ਹੈ ਤੇ ਨਾ ਤੁਸੀਂ ਉਹਨੂੰ ਪੁੱਛ ਸਕਦੇ। ਕਦੀ ਵੀ ਇੱਦਾਂ ਨਹੀਂ ਹੋਇਆ ਕਿ 42 ਲੋਕਾਂ ਨੂੰ ਪਤਾ ਹੋਵੇ ਕਿ ਇਹ ਜਸੂਸ ਹੈ। ਇਹ ਫੜੇ ਜਾਣ ਤੋਂ ਬਾਅਦ ਪਤਾ ਲੱਗਦਾ। ਜਦੋਂ ਵੀ ਟ੍ਰੇਨਿੰਗ ਹੁੰਦੀ ਹੈ ਤਾਂ ਕੋਈ ਦੱਸਿਆ ਨਹੀਂ ਜਾਂਦਾ ਕਿ ਕਿੰਨੇ ਕਿੱਥੇ ਜਾਣਾ ਹੈ। ਇਹ ਐਵੇਂ ਦੇ ਰਾਜ਼ ਨੇ ਕਿ ਮੇਰੇ ਪਿਤਾ ਜੀ ਨਾਲ ਸ਼ਾਦੀ ਨੂੰ ਸਿਰਫ 6 ਮਹੀਨੇ ਹੋਏ ਸੀ ਤੇ ਮੇਰੀ ਮਾਂ ਨੂੰ ਨਹੀਂ ਪਤਾ ਲੱਗਾ ਕਿ ਇਹ ਜਸੂਸ ਹੈ। ਤੁਹਾਡੀ ਮਦਰ ਨੂੰ ਪਤਾ ਲੱਗ ਗਿਆ ਸੀ ਮੁਸਲਮਾਨ ਬਣ ਗਏ ਨੇ? ਮੁਸਲਮਾਨ ਬਾਰੇ ਉਹਨਾਂ ਨੇ ਕਦੀ ਜ਼ਿਕਰ ਨਹੀਂ ਕੀਤਾ ਕਿ ਉਹ ਮੁਸਲਮਾਨ ਬਣ ਗਏ। ਉਹਨਾਂ ਨੇ ਆਪਣੇ ਆਪ ਨੂੰ ਹਮੇਸ਼ਾ ਬਚਾ ਕੇ ਰੱਖਿਆ ਕਿ ਮੈਂ ਦੱਸਣਾ ਹੀ ਨਹੀਂ ਕਿਸੇ ਨੂੰ, ਬਿਕੋਜ਼ ਘਰ ਦੇ ਜਿਹੜੇ ਰਿਸ਼ਤੇ ਨੇ, ਜਿਹੜੇ ਇਮੋਸ਼ਨਲ ਰਿਸ਼ਤੇ ਨੇ,
ਉਹ ਤੁਹਾਨੂੰ ਐਵੇਂ ਦੇ ਰਾਹ ਤੇ ਕਦੀ ਜਾਣ ਨਹੀਂ ਦੇਣਗੇ, ਜਿਹੜਾ ਸਿਰਫ ਔਰ ਸਿਰਫ ਤੁਹਾਨੂੰ ਖਤਰੇ ਵੱਲ ਲੈ ਕੇ ਜਾਂਦਾ ਹੈ। 16 ਵਾਰ ਤੁਹਾਡੇ ਪਿਤਾ ਜੀ ਜਾਂਦੇ ਨੇ ਪਾਕਿਸਤਾਨ ਵਿੱਚ, ਕਿ 16 ਵਾਰ ਚੋਂ ਇੱਕ ਵਾਰ ਵੀ ਤੁਹਾਡੇ ਮਦਰ ਨੂੰ ਪਤਾ ਲੱਗਿਆ, ਤੁਹਾਡੀ ਮਾਤਾ ਜੀ ਨੂੰ, ਵੀ ਇਹ ਪਾਕਿਸਤਾਨ ਜਾਂਦੇ ਨੇ? ਉਹ ਜੇ ਇੱਥੋਂ ਜਾਂਦੇ ਸੀ ਫਿਰ ਕੀ ਕਹਿ ਕੇ ਜਾਂਦੇ ਸਨ, ਕਿੱਥੇ ਜਾਂਦੇ ਸਨ? ਉਹ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਜੌਬ ਕਰਦੇ ਸੀ, ਸਰਕਾਰੀ ਤੰਤਰ ਦਾ ਇਸਤੇਮਾਲ ਕਰਦੇ ਹੋਏ ਏਜੰਸੀਜ਼ ਉਹਨਾਂ ਦੀ ਡਿਊਟੀ ਲਗਾਉਂਦੀਆਂ ਸੀ। ਪ੍ਰਿੰਸੀਪਲ ਦੇ ਵੱਲੋਂ ਵੀ ਕਿਹਾ ਜਾਂਦਾ ਸੀਗਾ ਕਿ ਉਹ ਸਾਇੰਸ ਫੇਅਰ ਦੇ ਇੰਤਜ਼ਾਮ ਕਰਨ ਲਈ ਜਾ ਰਹੇ ਨੇ, ਸਰਕਾਰੀ ਕੰਮ ਹੈ, ਇਹਨਾਂ ਨੂੰ ਜਾਣਾ ਪਏਗਾ। ਤਾਂ ਪ੍ਰਿੰਸੀਪਲ ਦੇ ਵੱਲੋਂ ਛੁੱਟੀ ਮਨਜ਼ੂਰ ਹੁੰਦੀ ਸੀਗੀ ਔਰ ਇੱਕ ਹਫ਼ਤਾ ਲਗਾਤਾਰ ਉਹ ਪਾਕਿਸਤਾਨ ਦੇ ਵਿੱਚ ਰਹਿ ਕੇ ਵਾਪਸ ਆਉਂਦੇ ਸੀ। ਕਿ ਜਸੂਸੀ ਕਿਸ ਚੀਜ਼ ਦੀ ਕਰਨ ਜਾਂਦੇ ਸਨ? ਇਹ ਉਹ ਟਾਰਗੇਟ ਓਰੀਐਂਟਡ ਨੇ ਜੀ, ਉਹਨਾਂ ਦੇ ਵੱਖਰੇ ਵੱਖਰੇ ਜਿਹੜੇ ਟੀਚੇ ਨੇ ਉਹ ਉਹਨਾਂ ਨੂੰ ਸਮੇਂ-ਸਮੇਂ ਤੇ ਮਿਲਦੇ ਸੀਗੇ। ਨਾ ਕਦੀ ਮੈਂ ਉਹਨਾਂ ਬਾਰੇ ਪੁੱਛਿਆ ਤੇ ਨਾ ਉਹਨਾਂ ਨੇ ਤਾਂ ਉਮਰ ਆਪਣੀ ਜ਼ਿੰਦਗੀ ਉਹਨਾਂ ਬਾਰੇ ਕਦੀ ਜ਼ਿਕਰ ਕੀਤਾ ਕਿ ਮੈਂ ਕਿਹੜੇ ਕੰਮ ਕਰਕੇ ਆਇਆ। ਪਹਿਲੀ ਵਾਰ ਕਦੋਂ ਜਾਂਦੇ ਨੇ ਪਾਕਿਸਤਾਨ? ਪਹਿਲੀ ਵਾਰ ਜਾਂਦੇ ਨੇ ਅਪ੍ਰੈਲ 'ਚ ਉਹਨਾਂ ਦੀ ਟ੍ਰੇਨਿੰਗ ਸ਼ੁਰੂ ਹੁੰਦੀ ਹੈ 1966 ਦੇ ਵਿੱਚ, ਉਸ ਤੋਂ ਬਾਅਦ ਉਹ ਜਾਣਾ ਸ਼ੁਰੂ ਕਰ ਦਿੰਦੇ ਨੇ। ਹੁਣ ਸਰ ਜਿੱਥੇ ਆਪਾਂ ਗੱਲ ਛੱਡੀ ਸੀ, 16 ਮਹੀਨੇ ਜਾਂਦੇ ਨੇ, 16 ਵਾਰ ਜਾਂਦੇ ਨੇ, 27ਵੀਂ ਵਾਰ ਟ੍ਰੇਨ ਵਿੱਚ ਜੋ ਤੁਸੀਂ ਕਹਿ ਰਹੇ ਹੋ, ਉਸ ਨੂੰ ਪਕੜੇ ਕਿਵੇਂ ਜਾਂਦੇ ਨੇ? ਲਾਹੌਰ ਦੇ ਵਿੱਚ ਜਦੋਂ ਆਪਣੇ ਕੰਮ ਜਾਣ ਲੱਗਦੇ ਹਨ ਤੇ ਇੱਕ ਬੱਸ ਜਦੋਂ ਚੜ੍ਹਦੇ ਨੇ ਤੇ ਸਾਹਮਣੇ ਆਉਂਦੇ ਉਹਨਾਂ ਨੂੰ ਬੱਸ ਦੇ ਵਿੱਚ ਅਮਰੀਕ ਸਿੰਘ ਦਿਖਦਾ। ਅਮਰੀਕ ਸਿੰਘ ਦੇ ਪਿੱਛੇ ਦੋ ਆਦਮੀ ਹੋਰ ਦਿਖਦੇ ਨੇ। ਜਸੂਸੀ ਦੀ ਤਿੱਖੀ ਨਿਗਾਹ ਉਹਨਾਂ ਨੂੰ ਦੱਸ ਦਿੰਦੀ ਹੈ ਕਿ ਖਤਰਾ ਹੈ। ਇਹ ਬੰਦੇ ਦੋ ਕੌਣ ਨੇ? ਉਹ ਇਹ ਸੋਚਦੇ ਨੇ ਕਿ ਮੈਂ ਅਗਲੇ ਬੱਸ ਸਟਾਪ ਤੇ ਨਿਕਲ ਜਾਵਾਂਗਾ, ਮੈਂ ਅੱਗੇ ਜਾਵਾਂਗਾ ਨਹੀਂ ਆਪਣੀ ਮੰਜ਼ਿਲ ਤੇ। ਜਿੱਦਾਂ ਹੀ ਅਗਲੇ ਬੱਸ ਸਟਾਪ ਤੇ ਨੀਚੇ ਉਤਰਦੇ ਨੇ ਤੇ ਸਮੇਤ ਅਮਰੀਕ ਸਿੰਘ ਉਹ ਦੋਵੇਂ ਬੰਦੇ ਨੀਚੇ ਆ ਜਾਂਦੇ ਨੇ। ਉਹ ਢਾਬੇ ਤੇ ਜਾ ਕੇ ਬੈਠਦੇ ਨੇ, ਦਿਮਾਗ ਚੱਲਣਾ ਸ਼ੁਰੂ ਕਰਦਾ ਹੈ ਕਿ ਤੋਂ ਬਚਣਾ ਕਿੱਦਾਂ। ਤਾਂ ਉਹ ਸੋਚਦੇ ਕਿ ਮੇਰੇ ਕੋਲ ਹਥਿਆਰ ਤਾਂ ਕੋਈ ਨਹੀਂ ਹੈ। ਦੁਸ਼ਮਣ ਦੇਸ਼ 'ਚ ਜਾ ਕੇ ਥੋੜੀ ਤਰਾਸਦੀ ਇਹ ਹੈ ਕਿ ਨਾ ਤੁਹਾਡੇ ਕੋਲ ਕੋਈ ਆਪਣਾ ਬਚਾਅ ਦਾ ਵਕੀਲ ਮਿਲਦਾ ਹੈ, ਨਾ ਤੁਹਾਡੇ ਕੋਲ ਹਥਿਆਰ ਹੁੰਦਾ ਹੈ। ਤੁਹਾਡੇ ਕੋਲ ਸਿਰਫ ਤੁਹਾਡਾ ਦਿਮਾਗ ਹੁੰਦਾ, ਤੁਸੀਂ ਕਿੱਦਾਂ ਬਚਣਾ ਹੈ। ਤਾਂ ਉਹ ਢਾਬੇ ਵਾਲੇ ਨੂੰ ਕਹਿੰਦੇ ਨੇ 2 ਕਿਲੋ ਦੁੱਧ ਗਰਮ ਕਰਦੇ। ਹੁਣ ਇਹ ਸੀਗਾ ਜਦ ਤੱਕ ਦੁੱਧ ਗਰਮ ਹੋ ਕੇ ਆਏਗਾ ਤੇ ਮੈਂ ਇਹਨਾਂ ਦੁੱਧ ਪਾ ਕੇ ਭੱਜ ਜਾਵਾਂਗਾ। ਪਰ ਇਸ ਤੋਂ ਪਹਿਲਾਂ ਕਿ ਦੁੱਧ ਵਾਪਸ ਆਉਂਦਾ, ਉਸ ਤੋਂ ਪਹਿਲਾਂ ਉਹਨਾਂ ਨੂੰ ਪਿਸਟਲ ਦਿਖਾ ਕੇ ਪਾਪਾ ਨੂੰ ਅਰੈਸਟ ਕਰ ਲਿੱਤਾ। ਉਸ ਤੋਂ ਬਾਅਦ 2.5 ਸਾਲ ਪਾਕਿਸਤਾਨ ਦੇ ਵੱਖਰੇ ਵੱਖਰੇ ਇੰਟਰੋਗੇਸ਼ਨ ਸੈਂਟਰ ਨੇ, ਜਿੱਥੇ ਮਤਲਬ ਜਿਨ੍ਹਾਂ ਦਾ ਨਾਮ ਸੁਣਦੇ ਹੋਏ ਵੀ ਜਿਹੜੇ ਲੋਕ ਉਹਨਾਂ ਨੂੰ ਜਾਣਦੇ ਨੇ, ਰੂਹ ਕੰਬ ਜਾਂਦੀ ਹੈ, ਉੱਥੇ ਉਹਨਾਂ ਨੇ ਤਸਵੀਰ ਚੱਲੇ। 2.5 ਸਾਲ ਕੀ ਉਹਨਾਂ ਦੀ ਉੱਥੇ ਗ੍ਰਿਫਤਾਰੀ ਪਾਈ ਕਿ ਪਾਕਿਸਤਾਨ ਦੇ ਵਿੱਚ? ਕਿਸੇ ਨੂੰ ਨਹੀਂ ਪਤਾ ਲੱਗਾ ਕਿ ਕਿੱਥੇ ਨੇ। ਜੋ 2.5 ਸਾਲ ਇਸ ਪਾਸੇ ਸੀ, ਜੋ ਤੁਹਾਡੇ ਮਦਰ ਜੀ ਨੇ ਪੁੱਛਿਆ ਹੋਣਾ ਸਕੂਲ ਜਾ ਕੇ ਵੀ ਕਿੱਥੇ ਗਏ ਨੇ, ਕਿਹਦੇ ਕੋਲ ਗਏ ਨੇ, ਕਿਹੜੀ ਇਹੋ ਜਿਹੀ ਜਗ੍ਹਾ ਤੇ ਗਏ ਨੇ ਜੋ ਗਵਰਨਮੈਂਟ ਵੱਲੋਂ ਭੇਜੇ ਗਏ ਨੇ, ਸਕੂਲ ਵਾਲਿਆਂ ਦਾ ਜਵਾਬ ਕੀ ਸੀ? ਉਹਨਾਂ ਦਾ ਜਵਾਬ ਸੀ ਸਰਕਾਰੀ ਕੰਮ ਕਰਦੇ। ਜਦੋਂ ਸਰਕਾਰੀ ਕੰਮ ਤੈਅ ਕਰਦੇ ਉਹ ਕਿਸੇ ਅਫਸਰ ਤੱਕ ਪਹੁੰਚੇ ਤਾਂ ਉਹ ਪਏ ਕਿ ਸਾਨੂੰ ਕਦੇ ਨਹੀਂ ਪਤਾ ਲੱਗਾ ਕਿ ਉਹ ਇਕਲੌਤੇ ਸੀ, ਕਿ ਉਹਨਾਂ ਦੇ ਘਰ ਦੇ ਵਿੱਚ ਕੋਈ ਨਹੀਂ। ਸਾਨੂੰ ਬਹੁਤ ਦੁੱਖ ਹੈ, ਪਰ ਹੁਣ ਅਸੀਂ ਕੁਝ ਨਹੀਂ ਕਰ ਸਕਦੇ। ਉਹ ਪਾਕਿਸਤਾਨ 'ਚ ਨੇ, ਜ਼ਿੰਦਾ ਨੇ ਕਿ ਨਹੀਂ ਹੈ, ਇਹਦੇ ਬਾਰੇ ਕੋਈ ਜਾਣਕਾਰੀ। ਜੋ ਸਕੂਲ 'ਚ ਟੀਚਰ ਸਨ, ਕੀ ਤਨਖਾਹ ਮਿਲਦੀ ਨਹੀਂ ਕਿ ਗਵਰਨਮੈਂਟ ਨੇ ਬੰਦ ਕੀਤੀ? ਕੁਛ ਨਹੀਂ ਮਿਲਿਆ, ਸਭ ਭੁੱਲ ਗਏ, ਸਭ ਦੀਆਂ ਅੱਖਾਂ ਪੈ ਗਈਆਂ। ਕੋਈ ਸਰਕਾਰ ਨੇ ਕੋਈ ਹੈਲਪ? ਕਿਸੇ ਨੇ ਬਾਤ ਨਹੀਂ ਪੁੱਛੀ। ਤੁਹਾਡੇ ਮਦਰ ਜੀ ਨੇ ਕਲੇਮ ਕੀਤਾ ਕਿਤੇ ਜਾ ਕੇ? ਬਿਕੋਜ਼ ਉਸ ਦੌਰਾਨ ਤੁਹਾਨੂੰ ਪਤਾ ਹੈ ਕਿ ਜੋ ਸਾਡਾ ਇੰਡੀਅਨ ਸਿਸਟਮ ਹੈ, ਔਰਤਾਂ ਨੂੰ ਘਰੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਨਾ ਮੇਰਾ ਕੋਈ ਚਾਚਾ, ਨਾ ਮੇਰਾ ਕੋਈ ਤਾਇਆ। ਮੇਰੇ ਪਰਿਵਾਰ ਦੇ ਵਿੱਚ ਮੇਰੇ ਪਿਤਾ ਜੀ ਇਕੱਲੇ ਸਨ, ਕੋਈ ਪੈਰਵਾਈ ਨਹੀਂ ਕਰ ਸਕੇ। ਦਾਦਾ ਜੀ ਬਜ਼ੁਰਗ ਸਨ, ਉਹ ਵੀ ਪੈਰਵਾਈ ਨਹੀਂ ਕਰ ਸਕੇ। ਸਰ 2.5 ਸਾਲ ਤਸ਼ੱਦਦ, ਮੈਂ ਪਹਿਲਾਂ ਜਿਵੇਂ ਜ਼ਿਕਰ ਕੀਤਾ ਕਿ ਕੋਈ ਵੀ ਵਿਅਕਤੀ ਜਸੂਸੀ ਕਰਨ ਜਾਂਦਾ ਪਾਕਿਸਤਾਨ ਦੇ ਵਿੱਚ, ਆਉਣਾ ਨਾ ਮੁਸ਼ਕਿਲ ਹੋ ਜਾਂਦਾ ਹੈ। 2.5 ਸਾਲ ਕੀ ਤਸ਼ੱਦਦ ਜਿਹਨਾਂ ਨੇ ਕਿਤਾਬ 'ਚ ਲਿਖਿਆ, ਤੁਸੀਂ ਕੀ ਸੋਚਦੇ ਹੋ ਕਿ ਇਸ ਤਸ਼ੱਦਦ ਹੋਏ ਹੋਣਗੇ? ਕਿਤਾਬ 'ਚ ਜੋ ਲਿਖਿਆ ਉਸ ਤੋਂ ਬਿਨਾਂ ਉਹਨਾਂ ਨੇ ਕੀ ਤੁਹਾਨੂੰ ਗੱਲ ਕਹੀ, ਕੀ ਗੱਲ ਹੁੰਦੀ ਸੀ? ਦੁਸ਼ਮਣ ਦੇਸ਼ ਦੇ ਵਿੱਚ ਫੜੇ ਜਾਣਾ, ਉਸ ਤੋਂ ਬਾਅਦ ਪਾਕਿਸਤਾਨ ਦਾ ਹੋਣਾ। ਤੀਸਰਾ, ਤੁਸੀਂ ਜਾਸੂਸ ਤਾਂ ਸਿਰਫ ਤੁਹਾਡੀ ਸਾਹ ਚੱਲਣ ਦੀ ਇਜਾਜ਼ਤ ਹੁੰਦੀ ਹੈ, ਬਾਕੀ ਤੁਹਾਡੇ ਸਰੀਰ ਦਾ ਕੋਈ ਵੀ ਅੰਗ ਕੰਮ ਕਰਨਾ ਬੰਦ ਕਰ ਦਿੰਦੇ। ਅੱਖਾਂ ਦੇ ਵਿੱਚ ਕੈਮੀਕਲ ਪਾਉਣਾ, ਨਾਖੂਨ ਖਿੱਚ ਲੈਣੇ, ਦਾੜੀ ਦੇ ਵਾਲ ਪੱਟਦੇ, 2 ਦਿਨ ਪੁੱਠਾ ਟੰਗਦੇ, ਜਿੱਦਾਂ ਦੇ ਵੀ ਕੋਈ ਇਨਸਾਨ ਦੇ ਉੱਤੇ ਤਸ਼ੱਦਦ ਹੋ ਸਕਦੇ ਨੇ, ਉਹ ਸਾਰੇ ਉਹਨਾਂ ਨੇ ਆਪਣੇ ਪਿੰਡੇ ਤੇ ਚੱਲੇ ਨੇ। ਉਸ ਤਸ਼ੱਦਦ ਦੀ ਹਾਲਤ ਇਹ ਹੁੰਦੀ ਸੀ ਕਿ ਇੰਨੇ ਸਾਲਾਂ ਤੋਂ ਬਾਅਦ ਵੀ ਜਦੋਂ ਪਾਕਿਸਤਾਨ ਤੋਂ ਆ ਚੁੱਕੇ ਸੀ, ਇੱਥੇ ਹਿੰਦੁਸਤਾਨ 'ਚ ਰਹਿੰਦੇ ਹੋਏ ਵੀ ਜਿਵੇਂ ਜਿਵੇਂ ਸਰਦੀ ਆਉਂਦੀ ਸੀ ਤੇ ਪੁਰਾਣੀਆਂ ਦਰਦਾਂ ਜਾਗ ਜਾਂਦੀਆਂ ਸਨ ਤੇ ਉਹਨਾਂ ਨੂੰ ਇੱਥੇ ਰਹਿੰਦੇ ਵੀ ਉਹ ਦਵਾਈਆਂ ਖਾਣੀਆਂ ਪੈਂਦੀਆਂ ਸਨ ਕਿ ਉਹ ਦਰਦਾਂ ਨੂੰ ਤੰਗ ਨਾ ਕਰਨ। 2.5 ਸਾਲ ਉੱਥੇ ਰਹੇ ਤੁਹਾਡੇ ਪਿਤਾ ਜੀ, ਫਿਰ ਗ੍ਰਿਫਤਾਰੀ 2.5 ਸਾਲ ਬਾਅਦ ਕਿਵੇਂ ਪਾਏਗੀ, ਕੀ ਕਹਿ ਕੇ ਪਾਏਗੀ? ਪਾਕਿਸਤਾਨ ਜੇਲ੍ਹ ਵਿੱਚ ਕਿਵੇਂ ਭੇਜਿਆ ਗਿਆ? ਕਿੰਨੇ ਸਾਲ ਉਹਨਾਂ ਨੇ ਕੈਦ ਕੱਟੀ? ਦੇਖੋ, ਇਹ ਪਾਕਿਸਤਾਨ ਦਾ ਤੰਤਰ ਹੈ। ਉਹਨਾਂ ਨੂੰ ਤੁਸੀਂ ਜਾਣਦੇ ਹੋ ਕਿ ਉੱਥੇ ਫੌਜ ਮਾਰੀ ਹੈ। ਉੱਥੇ ਅੱਜ ਵੀ ਜਦੋਂ ਇਮਰਾਨ ਖਾਨ ਆਪਣੀ ਕੁਰਸੀ ਬਚਾਉਣ ਦੀ ਕੋਸ਼ਿਸ਼ ਕਰ ਰਿਹਾ
ਇਹ ਸਾਰਾ ਸੰਸਾਰ ਜਾਣਦਾ ਹੈ ਕਿ ਉੱਥੇ ਜਿਹੜਾ ਪ੍ਰਧਾਨ ਮੰਤਰੀ ਹੈ ਉਹ ਰਬੜ ਦਾ ਬਦਲਾ ਹੈ। ਉੱਥੇ ਉਹੀ ਕੁਝ ਹੁੰਦਾ ਹੈ ਜੋ ਪਾਕਿਸਤਾਨ ਦੀ ਫੌਜ ਚਾਹੁੰਦੀ ਹੈ। ਕਦੋਂ ਗ੍ਰਿਫਤਾਰੀ ਪਾਣੀ ਹੈ, ਕਦੋਂ ਨਹੀਂ ਪਾਣੀ ਹੈ, ਉਹਨਾਂ ਨੇ ਆਪਣੇ ਹਿਸਾਬ ਨਾਲ ਦੇਖਣਾ ਹੈ। ਪਹਿਲਾਂ ਪਿਤਾ ਜੀ ਨੂੰ ਸਜ਼ਾਏ ਮੌਤ ਹੋਈ ਕੋਰਟ ਮਾਰਸ਼ਲ ਤੋਂ, ਫੀਲਡ ਕੋਰਟ ਮਾਰਸ਼ਲ ਤੋਂ। ਉਸ ਤੋਂ ਬਾਅਦ ਉਹ 14 ਸਾਲ ਦੀ ਕੈਦ ਦੇ ਵਿੱਚ ਤਬਦੀਲ ਹੋ ਜਾਂਦਾ ਹੈ। ਇਹ ਉਹਨਾਂ ਦੀ ਕਲਮ ਦਾ ਹੁਨਰ ਸੀਗਾ ਜਿਹੜਾ ਪਾਕਿਸਤਾਨ ਦੇ ਵਿੱਚ ਵੀ ਬੋਲਿਆ, ਕਿਉਂਕਿ ਉਸ ਹੁਨਰ ਦਾ ਇਹ ਸੀਗਾ ਸਿਸਟਮ ਕਿ ਹਰੀਵੰਸ਼ ਰਾਏ ਬੱਚਨ ਜੀ ਸਵਿਸ ਅੰਬੈਸੀ ਦੇ ਵਿੱਚ ਐਜ਼ ਰੀਡਰ ਕੰਮ ਕਰ ਰਹੇ ਸਨ ਜਦੋਂ 71 ਦੀ ਲੜਾਈ ਤੋਂ ਬਾਅਦ ਸ਼ਿਮਲਾ ਸਮਝੌਤਾ ਹੁੰਦਾ ਹੈ ਹਿੰਦੁਸਤਾਨ ਦੇ ਪਾਕਿਸਤਾਨ ਦਾ। ਜਦੋਂ ਜਨਰਲ ਨਿਆਜ਼ੀ ਨੂੰ ਸਾਡੇ ਜਿਹੜੇ ਜਗਜੀਤ ਸਿੰਘ ਹੀਰੋ ਨੇ ਲੈਫਟੀਨੈਂਟ ਜਨਰਲ ਤੇ 93,000 ਕੈਦੀ ਨਾਲ ਗ੍ਰਿਫਤਾਰ ਕਰ ਲੈਂਦੇ ਨੇ, ਔਰ ਹਿੰਦੁਸਤਾਨ ਪਾਕਿਸਤਾਨ ਦੇ ਸਮਝੌਤੇ ਤੋਂ ਬਾਅਦ ਜਿਹੜੇ ਉਹ ਕੈਦੀਆਂ ਦਾ ਤਬਾਦਲਾ ਹੁੰਦਾ ਹੈ ਹਿੰਦੁਸਤਾਨ ਤੇ ਪਾਕਿਸਤਾਨ ਦਾ, ਉਸ ਦੇ ਵਿੱਚ ਬਚਨ ਸਾਹਿਬ ਦਾ ਵੀ ਰੋਲ ਆ ਜਾਂਦਾ ਹੈ। ਤੇ ਉਸ ਰੋਲ ਕਰਕੇ ਮੇਰੇ ਪਿਤਾ ਜੀ ਆਪਣੀ 14 ਸਾਲ ਦੀ ਕੈਦ ਪੂਰੀ ਹੋਣ ਤੋਂ ਪਹਿਲਾਂ ਹੀ 9 ਦਸੰਬਰ 1974 ਨੂੰ ਵਾਪਿਸ ਆ ਜਾਂਦੇ ਨੇ। ਔਰ ਤਰਾਸਦੀ ਇਹਦੇ ਨਾਲ ਇੱਕ ਹੋਰ ਜੁੜੀ ਹੈ। ਕਲਰਕ ਜਦੋਂ ਛੋਟੀ ਜਿਹੀ ਗਲਤੀ ਕਰਦਾ ਉਹ ਕਿੰਨੀ ਵਾਰੀ ਪੈਂਦੀ ਹੈ। ਸਾਡੇ ਵੱਲੋਂ ਇੱਥੋਂ ਨਾਮ ਲਿਖ ਕੇ ਗਿਆ ਸੋਹਣ ਲਾਲ ਭਾਸਕਰ, ਪਾਕਿਸਤਾਨ ਕਹਿੰਦਾ ਸਾਡੇ ਕੋਲ ਮੋਹਨ ਲਾਲ ਭਾਸਕਰ ਹੈ। ਔਰ ਰੋਮ ਸਾਡੇ ਪਰਿਵਾਰ ਦਾ ਸ਼ੁਕਰਗੁਜ਼ਾਰ ਹੈ ਹਰੀਵੰਸ਼ ਰਾਏ ਬੱਚਨ ਜੀ ਦਾ। ਜੇ ਬੱਚਨ ਸਾਹਿਬ ਨਾ ਹੁੰਦੇ ਤਾਂ ਸ਼ਾਇਦ ਉਹ ਕਲਰਕ ਦੀ ਗਲਤੀ ਸਾਡੇ ਵਾਸਤੇ ਬਹੁਤ ਭਾਰੀ ਪੈਣੀ ਸੀ। ਉਹ ਆਪਣੇ ਬੈਚ ਆਉਣ ਵਾਲੇ ਆਖਰੀ ਬੰਦੇ ਸਨ, ਕਿਉਂਕਿ ਉਹਨਾਂ ਦੀ ਪੈਰਵਾਈ ਇੱਕ ਉਹ ਮਹਾਨ ਸ਼ਖਸ ਕਰ ਰਿਹਾ ਸੀਗਾ ਜਿੰਨੀ ਕਲਮ 'ਚ ਵੀ ਜਾਨ ਸੀ, ਜਿੰਨੀ ਜ਼ੁਬਾਨ 'ਚ ਵੀ ਜਾਨ ਸੀ। ਸਰ 2.5 ਸਾਲ ਉੱਥੇ ਗ੍ਰਿਫਤਾਰੀ ਨਹੀਂ ਪਾਈ ਗਈ। ਕਿਤਾਬ ਦੇ ਵਿੱਚ ਬਹੁਤ ਕਿੱਸੇ ਲਿਖੇ ਹੋਣੇ ਤਸ਼ੱਦਦ ਦੇ, ਵੀ ਤਸ਼ੱਦਦ ਉਹ ਬਿਆਨ ਨਹੀਂ ਕਰ ਸਕਦੇ। ਤਸ਼ੱਦਦ ਦੀ ਜਦੋਂ ਗੱਲ ਆਉਂਦੀ ਹੈ ਕਿ ਜਸੂਸ ਜੋ ਇੱਥੇ ਗਏ ਨੇ, ਇਹ ਗੱਲ ਤੁਹਾਡੇ ਪਿਤਾ ਜੀ ਸਾਹਮਣੇ ਆ ਗਈ ਜਾਂ ਹੋਰ ਵੀ ਕਈ ਜਸੂਸ ਜੋ ਆਏ ਨੇ ਵਾਪਸ ਆ ਗਏ ਨੇ, ਕੀ ਬੀਤੀ ਹੋਈ ਉਹਨਾਂ ਦੀ ਜੋ ਵਾਪਸ ਹੀ ਨਹੀਂ ਆ ਪਏ ਜਸੂਸ? ਘਰ ਰੁਲ ਜਾਂਦੇ ਨੇ। ਤੁਸੀਂ ਕਿਤੇ ਰਿਸਰਚ ਕਰਾ ਲਓ ਵਰਲਡ ਵਾਈਡ, ਘਰ ਖਤਮ ਹੋ ਜਾਂਦੇ ਨੇ ਉਹਨਾਂ ਪਰਿਵਾਰਾਂ ਦੇ ਜਿਹੜੇ ਲੋਕ ਬਿਨਾਂ ਨੌਕਰੀ ਤੋਂ ਜਸੂਸੀ ਕਰਨੀ ਸ਼ੁਰੂ ਕਰ ਦਿੰਦੇ ਨੇ। ਨੌਕਰੀ 'ਚ ਜਦੋਂ ਕੋਈ ਆਦਮੀ ਜਸੂਸੀ ਕਰਦਾ ਹੈ, ਜਿਵੇਂ ਹਿੰਦੁਸਤਾਨ ਦੀ ਬਹੁਤ ਏਜੰਸੀਆਂ ਨੇ ਜਿੱਥੇ ਬਹੁਤ ਲੋਕ CID 'ਚ ਹੈ, IB 'ਚ ਨੇ, ਅੱਜ ਕੱਲ੍ਹ MI 'ਚ ਨੇ, ਰੌ 'ਚ ਨੇ, ਉੱਥੇ ਫਿਰ ਇੱਕ ਸਿਸਟਮ ਹੈ ਕਿਉਂਕਿ ਉਹਨਾਂ ਨੂੰ ਰੈਕਗਨਾਈਜ਼ ਕੀਤਾ ਜਾਂਦਾ ਕਿ ਯਾਰ ਸਾਡੇ ਫੋਰਸ ਦੇ ਬੰਦੇ ਨੇ। ਜਿਹੜੇ ਮੇਰੇ ਪਿਤਾ ਜੀ ਵਰਗੇ ਲੋਕ ਨੇ ਜਿਹੜੇ ਜਜ਼ਬਾਤ 'ਚ ਆ ਕੇ ਨਿਕਲ ਜਾਂਦੇ ਨੇ, ਇਹਨਾਂ ਦਾ ਕੋਈ ਨਹੀਂ ਪੁੱਛਦਾ। 28 ਲੋਕ ਪਿਤਾ ਜੀ ਦੇ ਨਾਲ ਪਾਕਿਸਤਾਨ ਤੋਂ ਵਾਪਸ ਆਏ ਸੀ। ਸਿਰਫ 2 ਲੋਕ ਨੇ, ਇੱਕ ਪਿਤਾ ਜੀ ਔਰ ਇੱਕ ਮੋਹਨ ਲਾਲ ਜੀ, ਇੱਕ ਮਦਨ ਲਾਲ ਜੀ, ਜਿਨ੍ਹਾਂ ਦੇ ਪਰਿਵਾਰ ਰੋਟੀ ਖਾ ਰਹੇ ਨੇ। ਬਾਕੀ ਤਾਂ ਰੁਲ ਗਏ, ਕੋਈ ਬਚਾ ਨਹੀਂ ਹੁੰਦਾ ਔਰ ਕੋਈ ਬਾਤ ਨਹੀਂ ਪੁੱਛਦਾ। ਉਸ ਤੋਂ ਬਾਅਦ ਗਵਰਨਮੈਂਟ ਵੀ ਗੱਲ ਨਹੀਂ ਪੁੱਛਦੀ, ਕੋਈ ਨਹੀਂ ਪੁੱਛਦਾ। ਤੁਹਾਡੀ ਆਪਣੀ ਕਰਨੀ ਹੈ, ਤੁਹਾਨੂੰ ਪਤਾ ਹੈ ਤੁਹਾਨੂੰ ਅਸੀਂ ਰეკਮਨਾਈਜ਼ ਨਹੀਂ ਕਰ ਸਕਦੇ। ਇਸ ਤੋਂ ਬਾਅਦ ਤਰਾਸਦੀ ਇੱਕ ਜਸੂਸ ਵਾਸਤੇ ਕੀ ਹੋਏਗੀ ਜਾਂ ਇੱਕ ਹਿੰਦੁਸਤਾਨੀ ਵਾਸਤੇ ਕੀ ਹੋਏਗੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਿਹਨੂੰ ਜਾ ਕੇ ਮੇਰੇ ਪਿਤਾ ਜੀ ਮਿਲਦੇ ਨੇ, ਉਹਨੂੰ ਬੇਨਤੀ ਕਰਦੇ ਨੇ ਮੈਨੂੰ ਕੋਈ ਮੁਆਵਜ਼ਾ ਨਾ ਦਿਓ, ਪਰ ਜਿੰਨਾ ਟਾਈਮ ਮੈਂ ਪਾਕਿਸਤਾਨ ਜੇਲ੍ਹ 'ਚ ਕੈਦ ਕੱਟ ਕੇ ਆਇਆ ਹਾਂ, ਜਿਹੜੀ ਤਨਖਾਹ 'ਤੇ ਮੈਂ ਕੰਮ ਕਰ ਰਿਹਾ ਸੀਗਾ, ਮੈਨੂੰ ਇਕੱਲੀ ਉਹੀ ਦੇ ਦਿਓ। ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਜਵਾਬ ਦਿੰਦਾ ਹੈ ਕਿ ਪਾਕਿਸਤਾਨ ਦੇ ਕੀਤੇ ਸਜ਼ਾ ਅਸੀਂ ਕੋ ਭੁਗਤੀ ਹੈ। ਜੇ ਤੁਹਾਨੂੰ ਪਾਕਿਸਤਾਨ 19 ਸਾਲ ਕੈਦ ਰੱਖਦਾ, ਤੁਹਾਨੂੰ ਅਸੀਂ 19 ਸਾਲ ਦਾ ਮੁਆਵਜ਼ਾ ਦਿੰਦੇ। ਜਿਹੜੇ ਲੋਕ ਇੱਥੇ ਨਾਟਕ ਕਰਦੇ ਨੇ, ਪੇਸ਼ ਪਾਉਂਦੇ ਨੇ ਸਮਾਜ ਸੇਵਕ ਦਾ, ਲੋਕਾਂ ਦਾ ਖੂਨ ਪੀ ਜਾਂਦੇ ਨੇ, ਇਹ ਡਰਾਮੇਬਾਜ਼ੀ ਕਰਦੇ ਨੇ ਜੀ ਦੇਸ਼ ਸੇਵਾ ਕੀਤੀ ਹੈ, ਨਜ਼ਰਬੰਦ ਰਹਿੰਦੇ ਨੇ ਕਿੱਥੇ? ਸਾਡੇ ਸਰਕਾਰੀ ਗੈਸਟ ਹਾਊਸ ਦੇ ਵਿੱਚ। ਸਾਡੇ ਲੋਕਾਂ ਨੇ ਦਿੱਤੇ ਹੋਏ ਪੈਸੇ ਦੀ ਰੋਟੀਆਂ ਖਾ ਕੇ ਉਹ ਦੇਸ਼ ਸੇਵਕ ਬਣਦੇ ਨੇ। ਤੇ ਜਿਹੜੇ ਲੋਕ ਰੁਲਦੇ ਨੇ ਆਪਣੇ ਪਰਿਵਾਰ ਛੱਡ ਕੇ ਦੇਸ਼ ਤੋਂ ਬਾਹਰ, ਉਹਨਾਂ ਦੇ ਵਾਸਤੇ ਇਹਨਾਂ ਕੋਲ ਕੁਝ ਨਹੀਂ ਹੈ। ਬਹੁਤ ਵਾਰ ਮੇਰੀ ਏਜੰਸੀਆਂ ਦੇ ਅਫਸਰ ਨਾਲ ਗੱਲ ਹੁੰਦੀ ਹੈ, ਤਾਂ ਮੈਨੂੰ ਕਹਿੰਦੇ ਨੇ ਅਸੀਂ ਰੈਕਗਨਾਈਜ਼ ਨਹੀਂ ਕਰ ਸਕਦੇ। ਮੈਂ ਕਹਿੰਦਾ ਠੀਕ ਹੈ, ਜਦੋਂ ਤੁਸੀਂ ਭੇਜਦੇ ਹੋ ਉਦੋਂ ਬੜਾ ਰੈਕਗਨਾਈਜ਼ ਕਰਦੇ ਹੋ, ਤੁਸੀਂ ਉਦੋਂ ਕੋਈ ਸ਼ਨਾਖਤੀ ਪੱਤਰ ਜਾਰੀ ਨਹੀਂ ਕਰਦੇ ਹੋ, ਲੇਕਿਨ ਉਸ ਵਕਤ ਤੁਹਾਨੂੰ ਪੈਸੇ ਦਿੰਦੇ ਹੋ, ਉਸ ਵਕਤ ਤੁਹਾਨੂੰ ਸੰਭਾਲਦੇ ਹੋ, ਤੇ ਬਾਅਦ ਦੇ ਵਿੱਚ ਅਸੀਂ ਕਿਉਂ ਨਹੀਂ ਕਰ ਸਕਦੇ? ਅਜੇ ਵੀ ਕਿੰਨੇ ਐਵੇਂ ਦੇ ਅਦਾਰੇ ਨੇ ਜਿੱਥੇ ਸੀਕ੍ਰੇਟ ਫੰਡ ਹੈ, ਜਿਨ੍ਹਾਂ ਦੇ ਬਾਰੇ ਕਿਸੇ ਨੂੰ ਪਤਾ ਨਹੀਂ ਕਿੱਧਰ ਪੈਸਾ ਗਿਆ, ਕਿੱਧਰ ਪੈਸਾ ਨਹੀਂ ਗਿਆ। ਜਿਹੜੇ ਇਹ ਲੋਕ ਉੱਥੋਂ ਰੁਲ ਕੇ ਵਾਪਸ ਆਏ ਨੇ, ਫਿਰੋਜ਼ਪੁਰ ਕੀ ਤੁਸੀਂ ਹਿੰਦੁਸਤਾਨ ਦੇ ਹਰ ਸਰਹੱਦੀ ਖੇਤਰ ਦਾ, ਚਾਹੇ ਉਹ ਅਰੁਣਾਚਲ ਪ੍ਰਦੇਸ਼ ਦਾ ਹੋਵੇ, ਚਾਹੇ ਮਿਜ਼ੋਰਮ ਦਾ ਹੋਵੇ, ਚਾਹੇ ਉਹ ਕਿਤੋਂ ਦਾ ਵੀ ਕਿਉਂ ਨਾ ਹੋਵੇ, ਹਰ ਥਾਂ ਤੋਂ ਮੋਹਨ ਲਾਲ ਭਾਸਕਰ, ਗੁਰਬਖਸ਼ ਲਾਲ ਐਵੇਂ ਦੇ ਲੋਕ ਰੁਲਦੇ ਪਏ ਨੇ, ਜਿਨ੍ਹਾਂ ਦੇ ਪਰਿਵਾਰ ਦੀ ਕਿਸੇ ਨੇ ਬਾਤ ਨਹੀਂ ਪੁੱਛੀ। ਸਰ ਕਿਹੜੇ ਪ੍ਰਧਾਨ ਮੰਤਰੀ ਨੇ ਸ਼ਬਦ ਕਹੇ ਸੀ? ਮਰਾਰਜੀ ਦੇਸਾਈ। ਹੁਣ ਗੱਲ ਥੋੜੀ ਹੋਰ ਅੱਗੇ ਤੋਰਦੇ ਆ। ਜਦੋਂ ਤੁਹਾਡੇ ਪਿਤਾ ਜੀ ਜੇਲ੍ਹ 'ਚ ਹੁੰਦੇ ਨੇ, 2.5 ਸਾਲ ਵਾਪਸ ਨਹੀਂ ਆਉਂਦੇ, ਤੁਹਾਡੇ ਮਾਤਾ ਜੀ ਮੰਨ ਲੈਂਦੇ 2.5 ਸਾਲ ਤਾਂ ਪਤਾ ਹੀ ਨਹੀਂ ਕਿੱਥੇ ਨੇ ਜੀ। ਵਾਪਸੀ ਤਾਂ 6.5 ਸਾਲ ਬਾਅਦ ਹੁੰਦੀ ਹੈ। 2.5 ਸਾਲ ਤਾਂ ਪਤਾ ਹੀ ਨਹੀਂ ਉਹ ਹੈ ਕਿ ਨਹੀਂ ਹੈ। ਉਹਨਾਂ ਦੇ ਮਿੱਤਰਾਂ ਦਾ ਭੋਗ ਵੀ ਪਾ ਲਏ ਕਿ ਯਾਰ ਹੁਣ ਨਹੀਂ ਮੁੜਦਾ, ਕਿ ਨਹੀਂ ਮੁੜਦਾ।
ਪਤਾ ਨਹੀਂ ਪਾਕਿਸਤਾਨ ਕਿਉਂ ਛੱਡੇਗਾ। ਤੇ ਕਿਸਮਤ ਸੀ ਬਚ ਆਏ। ਪਹਿਲੀ ਚਿੱਠੀ ਵਿੱਚ ਕੀ ਲਿਖਦੇ ਜੀ? ਜਦੋਂ ਉਹਨਾਂ ਨੂੰ ਸਜ਼ਾਏ ਮੌਤ ਹੁੰਦੀ ਹੈ ਤੇ ਪਹਿਲਾ ਖਤ ਲਿਖਣ ਦਾ ਮੌਕਾ ਮਿਲਦਾ ਹੈ, ਪਰਿਵਾਰ ਦਾ ਜ਼ਿਕਰ ਕੀਤਾ ਜਾਂਦਾ ਹੈ ਔਰ ਉਮੀਦ ਜਤਾਈ ਜਾਂਦੀ ਹੈ ਕਿ ਸ਼ਾਇਦ ਮੈਂ ਆ ਜਾਵਾਂ, ਦੁਆ ਕਰਨਾ। ਜਿਹੜੀ ਚਿੱਠੀ ਇੱਥੋਂ ਦੀ ਜਵਾਬ 'ਚ ਜਾਂਦੀ ਹੈ ਉਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਘਰੇ ਇੱਕ ਬੇਟਾ ਪੈਦਾ ਹੋ ਚੁੱਕਾ ਹੈ। ਉਹਦਾ ਨਾਮਕਰਨ ਉਹ ਪਾਕਿਸਤਾਨ ਦੀ ਜੇਲ੍ਹ 'ਚ ਬੈਠ ਕੇ ਕਰਦੇ ਨੇ। ਪੰਜਾਬ ਦੇ ਪੰਡਤ ਸੀ, ਹੱਥ ਦੇਖ ਲੈਂਦੇ ਸੀ। ਮੇਰੇ ਵੱਡੇ ਵੀਰ ਜਲਕੇਸ਼ਵਰ ਬਾਸਕਰ ਦਾ ਹੱਥ ਦੀ ਛਾਪ ਮੰਗਾਈ ਕਿ ਮੈਂ ਦੇਖਣਾ ਚਾਹੁੰਦਾ ਹਾਂ ਕਿ ਮੇਰੇ ਬੇਟੇ ਦੀ ਜ਼ਿੰਦਗੀ 'ਚ ਪਾਪ ਦਾ ਸੁੱਖ ਹੈ ਕਿ ਨਹੀਂ, ਕਿ ਮੈਂ ਕਦੀ ਇਸ ਕਾਲਕੋਠੀ ਤੋਂ ਬਾਹਰ ਆਵਾਂਗਾ ਕਿ ਨਹੀਂ। ਵਾਪਸੀ ਦੌਰਾਨ ਲਿਖਦੇ ਨੇ ਕਿ ਨਹੀਂ ਹੈਗਾ ਮੇਰੇ ਕੋਲ ਪਾਪ ਦਾ ਸੁੱਖ, ਮੈਂ ਵਾਪਸ ਆਵਾਂਗਾ। ਆਏ ਵਾਪਸ। ਕਿਹਨਾਂ ਨੇ ਪੈਰਵੀ ਕੀਤੀ ਪਾਕਿਸਤਾਨ ਦੇ ਵਿੱਚ? ਕਿਹੜੇ ਇਹੋ ਜਿਹੇ ਵਕੀਲ ਸਨ? ਕਿਉਂਕਿ ਕਈ ਦੋਸਤ ਵੀ ਬਣੇ, ਕਈ ਨਹੀਂ ਵੀ। ਉੱਥੇ ਇਹੋ ਜਿਹੇ ਸ਼ਖਸ ਹੈਗੇ ਸੀ ਜੋ ਭਾਰਤੀ ਨੂੰ ਦੇਖ ਕੇ, ਜਸੂਸ ਨੂੰ ਦੇਖ ਕੇ ਗਾਲਾਂ ਵੀ ਕੱਢਦੇ ਸਨ, ਮਾਰਦੇ ਵੀ ਸਨ। ਅਕਾਲ ਪੁਰਖ ਨੇ ਮਦਦ ਕੀਤੀ, ਉਹਨਾਂ ਦੀ ਕਾਬਲੀਅਤ ਨੇ ਮਦਦ ਕੀਤੀ, ਕਿਸੇ ਨੇ ਮਦਦ ਨਹੀਂ ਕੀਤੀ। ਕੋਈ ਸਰਕਾਰੀ ਵਕੀਲ ਨਹੀਂ ਮਿਲਿਆ ਪਾਕਿਸਤਾਨ 'ਚ? ਸਰਕਾਰੀ ਵਕੀਲ ਮਿਲਿਆ ਜਦੋਂ ਸਜ਼ਾਏ ਮੌਤ ਹੋਈ, ਜਦੋਂ ਕੇਸ ਆਪਣਾ ਆਪ ਲੜੇ ਉਦੋਂ ਬਚ ਗਏ। ਖੁਦ ਕੇਸ ਉਹਨਾਂ ਲੜਿਆ ਆਪਣਾ ਆਪ? ਇੰਨੇ ਸਾਲ ਦੇ ਵਿੱਚ ਹੋਰ ਕੀ ਉਹਨਾਂ ਨੇ ਗੱਲ ਸਾਂਝੀ ਕੀਤੀ ਜਾਂ ਕੀ ਉਹਨਾਂ ਨੇ ਕਿਹਾ ਵੀ ਵਾਕਈ ਕੋਈ ਜਸੂਸ ਭਾਰਤ ਤੋਂ ਬਣ ਕੇ ਪਾਕਿਸਤਾਨ ਜਾਣਾ ਚਾਹੀਦਾ ਕਿ ਨਹੀਂ ਜਾਣਾ ਚਾਹੀਦਾ? ਉਹ ਇਹ ਕਹਿੰਦੇ ਸੀ ਦੇਸ਼ ਸੇਵਾ ਜੇ ਕਰਨੀ ਹੈ ਤਾਂ ਉਹਦੇ ਲਈ ਜ਼ਰੂਰੀ ਨਹੀਂ ਹੈ ਕਿ ਅਸੀਂ ਸਰਹੱਦ ਪਾਰ ਜਾ ਕੇ ਦੇਸ਼ ਸੇਵਾ ਕਰੀਏ। ਉਹਨਾਂ ਦੇ ਆਉਣ ਤੋਂ ਬਾਅਦ ਖਾਸ ਕਰਕੇ ਉਹਨਾਂ ਦੀ ਕਿਤਾਬ ਜਦੋਂ 1984 ਦੇ ਵਿੱਚ ਪ੍ਰਿੰਟ ਹੋ ਜਾਂਦੀ ਹੈ, ਉਸ ਕਿਤਾਬ ਨੂੰ ਪੜ੍ਹ ਕੇ ਹਿੰਦੁਸਤਾਨ ਦੇ ਵੱਖ-ਵੱਖ ਕੋਨਿਆਂ ਤੋਂ ਬੜੇ ਨੌਜਵਾਨ ਉਹਨਾਂ ਦੇ ਕੋਲ ਆਏ ਕਿ ਸਾਨੂੰ ਇੱਕ ਵਾਰੀ ਦੇਸ਼ ਤੋਂ ਸੇਵਾ ਕਰਨ ਦਾ ਮੌਕਾ ਦਿਓ, ਸਾਨੂੰ ਤਾਰ ਟਪਾ ਦਿਓ, ਅਸੀਂ ਪਾਕਿਸਤਾਨ ਜਾ ਕੇ ਪਾਕਿਸਤਾਨ ਤਬਾਹ ਕਰਨਾ ਹੈ। ਤਾਂ ਜੋ ਉਹਨਾਂ ਨੇ ਆਪਣੀ ਜ਼ਿੰਦਗੀ 'ਚ ਆਪ ਚੱਲਿਆ, ਉਹ ਦੇਖਦੇ ਉਹਨਾਂ ਬੱਚਿਆਂ ਨੂੰ ਸੰਭਾਲਿਆ ਕਿ ਬੱਚਿਓ ਦੇਸ਼ ਸੇਵਾ ਕਰਨਾ ਬਹੁਤ ਜ਼ਰੂਰੀ ਹੈ, ਪਰ ਇਹਦੇ ਲਈ ਪਾਗਲਪਨ ਜ਼ਰੂਰੀ ਨਹੀਂ ਹੈ। ਤੁਸੀਂ ਆਪਣੇ ਦੇਸ਼ 'ਚ ਰਹਿੰਦੇ ਹੋ ਵੀ ਦੇਸ਼ ਦੀ ਸੇਵਾ ਕਰ ਸਕਦੇ ਹੋ। ਤੁਹਾਨੂੰ ਅਕਾਲ ਪੁਰਖ ਨੇ ਜੇ ਕੋਈ ਜ਼ਿੰਮੇਵਾਰੀ ਦਿੱਤੀ ਹੈ, ਚਾਹੇ ਉਹ ਨੌਕਰੀ ਦੀ ਹੈ ਤੇ ਚਾਹੇ ਵਪਾਰ ਦੀ ਹੈ, ਜੇ ਉਹਨੂੰ ਸੁਚੱਜੇ ਢੰਗ ਨਾਲ ਕਰਦੇ ਹੋ ਤਾਂ ਇਹ ਵੀ ਦੇਸ਼ ਸੇਵਾ ਹੈ। ਲੱਗਦਾ ਜੀ ਕਿਸੇ ਨੇ ਜਸੂਸੀ ਕਰਨੀ ਹੋਵੇ ਪਾਕਿਸਤਾਨ ਨੂੰ ਛੱਡ ਕੇ ਕਿਸੇ ਵੀ ਦੇਸ਼ ਵਿੱਚ ਕੋਈ ਸ਼ਖਸ ਜਸੂਸੀ ਕਰ ਸਕਦਾ? ਦੇਖੋ, ਜਸੂਸੀ ਸ਼ੁਰੂ ਤੋਂ ਹੁੰਦੀ ਹੈ, ਕੋਈ ਨਵੀਂ ਨਹੀਂ ਹੈ। ਗੁਪਤਚਰ ਬਹੁਤ ਦੇਰ ਤੋਂ ਬਣੀ ਔਰ ਹਰ ਗੁਪਤਚਰ ਦੇ ਨਾਲ ਇਹੀ ਕੁਝ ਹੁੰਦਾ ਹੈ। ਮੇਰੇ ਪਿਤਾ ਜੀ ਨਾਲ ਕੋਈ ਵੱਖਰਾ ਨਹੀਂ ਹੈ, ਸਭ ਨਾਲ ਇਹੀ ਕੁਝ ਹੋਏਗਾ। ਪਰ ਪਰਿਵਾਰਾਂ ਦੀ ਤਰਾਸਦੀ ਇਹ ਰਹਿੰਦੀ ਹੈ, ਪਰਿਵਾਰਾਂ ਦਾ ਜਿਹੜਾ ਦੁੱਖ ਇਹ ਰਹਿੰਦਾ ਹੈ ਕਿ ਜਿਹੜਾ ਸਿਸਟਮ ਉਹਨਾਂ ਨੂੰ ਉੱਥੇ ਲੈ ਕੇ ਜਾਂਦਾ ਹੈ, ਘੱਟੋ ਘੱਟ ਪਰਿਵਾਰ ਨੂੰ ਤਾਂ ਸੰਭਾਲ ਲਿਆ। ਜਦੋਂ ਪਿਤਾ ਜੀ ਪਾਕਿਸਤਾਨ ਤੋਂ ਵਾਪਸ ਆਉਂਦੇ ਹਨ ਤਾਂ ਇੱਥੋਂ ਦੀ ਏਜੰਸੀਆਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਵਿਦੇਸ਼ 'ਚ ਕੰਮ ਨਾ ਕਰੋ, ਸਾਡੇ ਵਾਸਤੇ ਇੱਥੇ ਹੀ ਕੰਮ ਕਰ ਲਓ। ਤੇ ਉਹਨਾਂ ਦਾ ਬੜਾ ਸਿੱਧਾ ਜਵਾਬ ਸੀ ਕਿ ਮੈਂ ਲੋਕਾਂ ਦੇ ਪਰਿਵਾਰ ਨਹੀਂ ਬੋਲ ਸਕਦਾ। ਤੁਸੀਂ ਬੋਲ ਸਕਦੇ ਹੋ ਪਰ ਮੈਂ ਨਹੀਂ ਬੋਲ ਸਕਦਾ ਕਿ ਇੱਕ ਆਦਮੀ ਦੇ ਫੜੇ ਜਾਣ ਤੋਂ ਬਾਅਦ ਕਿੱਦਾਂ ਉਹਦਾ ਪਰਿਵਾਰ ਤਬਾਹ ਹੋ ਜਾਂਦਾ। ਲੋਕਾਂ ਨੇ ਬਹੁਤ ਸਵਾਲ ਕੀਤੇ ਮੇਰੇ ਪਿਤਾ ਜੀ ਨੂੰ ਕਿ ਤੁਸੀਂ ਕੀ ਖੱਟਿਆ ਦੇਸ਼ ਦੀ ਸੇਵਾ ਕਰਕੇ, ਤੁਹਾਨੂੰ ਸਰਕਾਰ ਨੇ ਕਦੀ ਕੋਈ ਨਾਮ ਵੀ ਨਹੀਂ ਦਿੱਤਾ। ਉਹਨਾਂ ਦਾ ਇੱਕੋ ਜਵਾਬ ਸੀ, ਮੈਂ ਆਪਣੀ ਮਰਜ਼ੀ ਨਾਲ ਗਿਆ, ਮੈਨੂੰ ਕੋਈ ਲੈ ਕੇ ਨਹੀਂ ਗਿਆ। ਮੈਂ ਆਪਣੇ ਜਜ਼ਬਾਤ 'ਚ ਗਿਆ, ਮੈਂ ਆਪਣੀ ਸੋਚ ਨਾਲ ਗਿਆ। ਮੈਨੂੰ ਨਹੀਂ ਦਿੱਤਾ ਇੱਕ ਖਾਕੀ ਪਾਏ ਲੋਕਾਂ ਨੇ ਕੁਛ, ਪਰ ਇਸ ਦੇਸ਼ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ। ਔਰ ਅੱਜ ਵੀ, ਅੱਜ ਉਹਨਾਂ ਦੇ ਜਾਣ ਤੋਂ ਬਾਅਦ ਅੱਜ ਉਹਨਾਂ ਨੂੰ 17 ਸਾਲ ਹੋ ਗਏ। ਜਿਸ ਵੀ ਕਿਸੇ ਸਿਸਟਮ 'ਚ ਜਾਂਦੇ ਹਾਂ, ਮਿਲਦੇ ਹਾਂ ਕਿਸੇ ਨੂੰ, ਜਦੋਂ ਮੈਨੂੰ ਪਤਾ ਲੱਗਦਾ ਹੈ ਕਿ ਇਹ ਪਰਿਵਾਰ ਉਸ ਸ਼ਖਸ ਦਾ ਪਰਿਵਾਰ ਹੈ ਜਿਹਨੇ ਦੇਸ਼ ਦੇ ਲਈ ਕਾਰਨਾਮਾ ਚੱਲੀ ਹੈ, ਤਾਂ ਸਾਡਾ ਬਹੁਤ ਮਾਣ ਸਤਿਕਾਰ ਲੋਕ ਕਰਦੇ ਨੇ ਔਰ ਦਿਲੋਂ ਕਰਦੇ ਨੇ, ਉੱਤੋਂ ਨਹੀਂ ਕਰਦੇ। ਸੋ ਤੁਹਾਡੇ ਕਦੀ ਕੋਈ ਪਰਿਵਾਰ ਆਇਆ ਇਹੋ ਜਿਹਾ ਵੀ ਮੇਰੇ ਘਰ ਦਾ ਨਹੀਂ ਲੱਭਦਾ ਪਿਆ, ਜਾਂ ਮੇਰੇ ਪਿਤਾ ਜੀ ਨਹੀਂ ਲੱਭਦੇ, ਜਾਂ ਮੇਰੇ ਪੁੱਤਰ ਨਹੀਂ ਲੱਭਦਾ ਪਿਆ, ਕਿੱਥੇ ਚਲਾ ਗਿਆ, ਹੋ ਸਕਦਾ ਪਾਕਿਸਤਾਨ ਹੋਵੇ? ਇਹ ਤੁਹਾਡੇ ਕਿੱਸੇ ਸੁਣ ਕੇ, ਤੁਹਾਡੇ ਪਿਤਾ ਜੀ ਦੇ ਕਿੱਸੇ ਸੁਣ ਕੇ ਕੋਈ ਮਿਲਿਆ? ਜਦੋਂ ਮੈਂ ਐਸਪੀਓਨੇਜ ਵਿਕਟਿਮ ਐਸੋਸੀਏਸ਼ਨ ਦਾ ਗਠਨ ਕੀਤਾ, ਉਹਦਾ ਇੱਕ ਫੇਸਬੁੱਕ ਪੇਜ ਵੀ ਬਣਾਇਆ, ਮੁਹਿੰਮ ਚੱਲਣੀ ਸ਼ੁਰੂ ਹੋ ਗਈ। ਜਦੋਂ ਅਸੀਂ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਤੇ ਉਸ ਤੇ 2 ਘੰਟੇ ਬਾਅਦ ਮੇਰਾ ਫੋਨ ਵੱਜਣਾ ਸ਼ੁਰੂ ਹੋ ਜਾਂਦਾ। ਮੈਨੂੰ ਬੜੇ ਪਿਆਰੇ ਫੋਨ ਆਉਂਦੇ ਨੇ, ਇਹ ਤੂੰ ਕੀ ਚਾਹੁੰਦਾ? ਮੀਟਿੰਗ ਹੁੰਦੀ ਹੈ ਕਿਤੇ, ਮੈਂ ਉਹਨੂੰ ਕਹਿੰਦਾ ਕਿ ਜਿਹੜੇ ਲੋਕ ਨੇ ਇਹਨਾਂ ਨੂੰ ਕੁਛ ਦੇ ਦਿਓ। ਇੱਕ ਅੱਧੇ ਦਾ ਕਹਿੰਦੇ ਕੁਛ ਕਰਨਾ ਤੇ ਕਰ ਸਕਦੇ ਹੋ, ਜਿਹੜਾ ਤੁਸੀਂ ਕਰ ਰਹੇ ਹੋ ਬੰਦ ਕਰ ਦਿਓ। ਇਹਨਾਂ ਕੋਲ ਕਹਿੰਦਾ ਗਵਾਉਣ ਲਈ ਕੁਛ ਨਹੀਂ ਹੈ, ਤੁਸੀਂ ਦੇਖ ਲਓ। ਕੌਣ ਕਰਦੇ? ਇਸੇ ਦੇਸ਼ ਦੀ ਧਰਤੀ ਦਾ ਹੁੰਦੀ ਹੈ। ਰੁਕੇ ਕਿ ਚੱਲਦੇ ਰਹੇ ਫਿਰ? ਕਿਉਂਕਿ
ਜਜ਼ਬਾਤ ਨੂੰ ਕਾਬੂ ਰੱਖਣਾ ਜ਼ਰੂਰੀ ਹੈ। ਕੁਝ ਤਰੀਕਿਆਂ ਤੁਸੀਂ ਸਿੱਧੀ ਮਦਦ ਕਰ ਸਕਦੇ ਹੋ, ਕੁਝ ਤਰੀਕਿਆਂ ਤੁਸੀਂ ਅਸਿੱਧੀ ਮਦਦ ਕਰ ਸਕਦੇ ਹੋ। ਸਿਸਟਮ ਨੂੰ ਵਕੀਲਾਂ ਦੇ ਨਾਲ ਖੰਗਾਲਣ ਤੋਂ ਬਾਅਦ, ਦਿੱਲੀ ਤੱਕ ਦੇ ਲੋਕਾਂ ਦੇ ਨਾਲ ਗੱਲ ਕਰਨ ਤੋਂ ਬਾਅਦ ਜਿਹੜੀ ਗੱਲ ਦਿਮਾਗ 'ਚ ਸਮਝ ਆਈ, ਕੋਈ ਇਹੀ ਗੱਲ ਸਮਝ ਆਈ ਕਿ ਕਾਨੂੰਨੀ ਤੌਰ ਤੇ ਇਹਨਾਂ ਦੀ ਮਦਦ ਨਹੀਂ ਹੋ ਸਕਦੀ। ਇਹਨਾਂ ਦੀ ਮਦਦ ਉਸ ਦਿਨ ਹੋਏਗੀ ਜਿਸ ਦਿਨ ਕੋਈ ਆਮ ਆਦਮੀ ਕਿਸੇ ਸੱਤਾ 'ਚ ਆ ਕੇ ਬੈਠੇਗਾ ਔਰ ਉਹਦੇ ਪਰਿਵਾਰ ਦੇ ਵਿੱਚ ਕੋਈ ਨੁਕਸਾਨ ਹੋਇਆ। ਉਸ ਦਿਨ ਉਹ ਸਮਝੇਗਾ ਕਿ ਮੈਨੂੰ ਇਹਨਾਂ ਪਰਿਵਾਰਾਂ ਨਾਲ ਕੁਝ ਕਰਨਾ ਚਾਹੀਦਾ। ਤੁਸੀਂ ਕਿਸੇ ਵੀ ਬਾਰਡਰ ਚਲੇ ਜਾਓ, ਜੰਮੂ ਦੇ ਬਾਰਡਰ ਚਲੇ ਜਾਓ, ਤੁਸੀਂ ਗੁਜਰਾਤ ਦੇ ਬਾਰਡਰ ਚਲੇ ਜਾਓ, ਰਾਜਸਥਾਨ ਦੇ ਬਾਰਡਰ ਚਲੇ ਜਾਓ, ਹਰ ਪਿੰਡ ਦੇ ਵਿੱਚ ਮੋਹਨ ਲਾਲ ਭਾਸਕਰ ਔਰ ਉਹਦਾ ਪਰਿਵਾਰ ਅੱਜ ਉਹਦੇ ਪਰਿਵਾਰ ਨਾਲ ਹੱਸਦਾ ਖੇਡਦਾ ਨਹੀਂ ਹੈ। ਉਹਦਾ ਇੱਕ ਫਰਕ ਹੈ ਐਜੂਕੇਸ਼ਨ। ਜੇ ਮੇਰੇ ਪਿਤਾ ਜੀ ਐਮਏ ਇੰਗਲਿਸ਼ ਨਾ ਹੁੰਦੇ, ਬੀਐਡ ਨਾ ਹੁੰਦੇ, ਉਹਨਾਂ ਦਾ ਦਿਮਾਗ ਨਾ ਕੰਮ ਕਰ ਰਿਹਾ ਹੁੰਦਾ, ਆਪਣੇ ਆਪ ਨੂੰ ਨਾ ਸੰਭਾਲ ਪਾਉਂਦੇ, ਤਾਂ ਅਸੀਂ ਵੀ ਦਿਹਾੜੀਆਂ ਕਰ ਰਹੇ ਹੋਣਾ ਸੀ। ਤੇ ਸਾਡੀ ਗੱਲ ਮੈਂ ਸੁਣੀ ਹੈ ਭਾਸਕਰ ਪਰਿਵਾਰ ਦੀ। ਮੈਂ ਦੁਬਾਰਾ ਫਿਰ ਕਿਤਾਬ ਇਹ ਦਿਖਾ ਦੇਣਾ ਚਾਹੁੰਦਾ। ਕਿਤਾਬ ਲਿਖੀ ਸੀ ਇਹ ਵਾਲੀ ਮੋਹਨ ਲਾਲ ਭਾਸਕਰ ਨੇ ਖੁਦ ਆਪਣੇ ਕਿੱਸੇ ਸ਼ੇਅਰ ਕੀਤੇ ਸੀ ਇਸ ਵਿੱਚ। ਮੈਂ ਸਾਂ ਪਾਕਿਸਤਾਨ ਵਿੱਚ ਭਾਰਤ ਦਾ ਜਸੂਸ। ਹੋਰ ਵੀ ਬੜੇ ਕਿੱਸੇ ਨੇ ਜਸੂਸਾਂ ਦੇ, ਪਰ ਹੋਰ ਵੀ ਬੜੇ ਚਰਚਾ ਹੁੰਦੀ ਹੈ, ਪਰ ਇੱਕ ਅਲੱਗ ਸੀ ਇਹ ਚੀਜ਼। ਅਲੱਗ ਇਸ ਕਰਕੇ ਸੀ ਕਿਉਂਕਿ ਵਾਪਸ ਆ ਜਾਂਦੇ ਨੇ, ਆ ਕੇ ਕਿਤਾਬ ਲਿਖਦੇ ਨੇ। ਉਹ ਜੋ ਕਿਤਾਬ ਵਿੱਚ ਲਿਖਿਆ, ਤੁਸੀਂ ਕਿਤਾਬ ਜੇ ਪੜ੍ਹੋਗੇ ਤਾਂ ਸ਼ਾਇਦ ਤੁਹਾਨੂੰ ਹੋਰ ਜ਼ਿਆਦਾ ਸਮਝ ਆਊਗੀ, ਕਿਉਂਕਿ ਇੰਟਰਵਿਊ 'ਚ ਜਿੰਨਾ ਹੋ ਸਕਦਾ ਸੀ ਅਸੀਂ ਕਵਰ ਕੀਤਾ ਹੈ। ਸ਼ਾਇਦ ਕਿਸੇ ਨੂੰ ਜਾਣਕਾਰੀ ਅਧੂਰੀ ਲੱਗੇ, ਕਿਸੇ ਨੂੰ ਪੂਰੀ ਲੱਗੇ, ਪਰ ਜੇ ਤੁਸੀਂ ਹੋਰ ਜਾਣਨਾ ਚਾਹੁੰਦੇ ਹੋ ਇਹ ਕਿਤਾਬ ਰਾਹੀਂ ਤੁਸੀਂ ਬਹੁਤ ਕੁਝ ਜਾਣ ਸਕਦੇ ਹੋ।